ਸਾਖੀ ਪੰਜਵੀਂ ਹਿੰਦਾਲ। ਸ੍ਰੀ ਗੁਰੂ ਅਮਰਦਾਸ ਜੀ ਦੇ ਵੇਲੇ ਦਾ ਇੱਕ ਸਿੱਖ ਜੰਡਿਆਲੇ ਦਾ ਰਹਿਣ ਵਾਲਾ ਗੁਰੂ ਕੀ ਸੇਵਾ ਵਿੱਚ ਗੋਇੰਦਵਾਲ ਆ ਰਿਹਾ ਹੋਇਆ ਸੀ। ਇਹ ਸਰਲ ਸੁਭਾਅ ਦਾ ਸ਼ਰਧਾਵਾਨ ਸਿੱਖ ਸੀ। ਗੁਰੂ ਕੇ ਲੰਗਰ ਵਿੱਚ ਸੇਵਾ ਕਰਦਾ ਸੀ ਤੇ ਨਾਮ ਵਿੱਚ ਰੁੱਝਾ ਰਹਿੰਦਾ ਸੀ। ਇਸ ਦੀ ਕਾਲ ਸਿਰੇ ਚੜ ਰਹੀ ਸੀ ਕਿ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਘਰਾਂ ਨੂੰ ਚਲੇ ਗਏ, ਪਰ ਹਿੰਦਾਲ ਗੁਰੂ ਕੇ ਦੁਆਰੇ ਟਿਕਿਆ ਰਿਹਾ, ਸੇਵਾ ਕਰਦਾ ਤੇ ਨਾਮ ਵਿੱਚ ਲੱਗਾ, ਲਿਵਤਾਰੀ ਹੁੰਦਾ ਗਿਆ। ਹਿੰਦਾਲ ਹੁਣ ਸ੍ਰੀ ਗੁਰੂ ਰਾਮਦਾਸ ਜੀ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਸਰੂਪ ਸਮਝਦਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਮਗਨ ਪ੍ਰੇਮ ਕੇ ਰੰਗਿਓ ਰੰਗ, ਅੰਤਰ ਬਿਰਤੀ ਸਦਾ ਸੁਖ ਸੰਗ, ਕਾਮ ਨ ਕ੍ਰੋਧ ਨ ਲੋਭ ਅਹੰਕਾਰ, ਸਤਿ ਨਾਮ ਸੇ ਲਾਗੀ ਤਾਰ, ਹਾ ਸਾਰਖ ਨ ਸੋਕ ਨ ਬੈਰੀ ਮੀਤ ਨ, ਤਤਪਰ ਰਹੇ ਏਕ ਮਨ ਜੀਤਨ, ਨਿਸ਼ਕਾਮੀ ਨਿਤ ਸੈਨ ਸੁਸ਼ੀਲ, ਸਦਾ ਏਕ ਰਸ ਮੈਂ ਬਿਰਤ ਮੀਲ, ਅੰਤਰ ਜਾਮੀ ਸਤਿਗੁਰ ਦਇਆਲ, ਲਖੀ ਸਿੱਖ ਕੀ ਦੀਰਘ ਕਾਲ, ਇੱਕ ਦਿਨ ਸਵਤਾ ਕੋ ਗੁਰ ਅਗਏ, ਮੰਦ ਮੰਦ ਪਦ ਕੀ ਗਤ, ਮੰਦ ਪਦ ਕੀ ਗਤ ਲਏ, ਮਜਨ ਕਰ ਪੁਰ ਕੋ ਪੁਨ ਆਏ, ਦੇਖ ਸਦਨ ਮੈਂ ਗੁਰ ਪ੍ਰਵਿਸ਼ਾਏ, ਜੇ ਤਕ ਸਿੱਖ ਕਰਤ ਤੈ ਸੇਵਾ, ਸਨੇ ਸਨੇ ਸਭ ਫਿਕ ਗੁਰ ਦੇਵਾ, ਗੂਦਤ ਚੂਨ ਤਬੈ ਹਿੰਦਾਲ, ਲਗਿਓ ਰਹਿਓ ਚੁਗ ਕਾਤਨ ਲਾਲ। ਜਦੋਂ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਵਿੱਚ ਗਏ ਤਾਂ ਹਿੰਦਾਲ ਆਟਾ ਗੁੰਨ ਰਿਹਾ ਸੀ। ਉਸ ਡਿੱਠਾ ਕਿ ਸ੍ਰੀ ਗੁਰੂ ਜੀ ਆਏ ਹਨ, ਛੇਤੀ ਨਾਲ ਉੱਠਿਆ, ਦੋਵੇਂ ਹੱਥ ਪਿੱਠ ਦੇ ਪਿੱਛੇ ਕਰ ਲਏ ਕਿ ਆਟੇ ਨਾਲ ਲਿਬੜੇ ਹੱਥਾਂ ਨੂੰ ਮੱਥਾ ਟੇਕਣ ਲੱਗਿਆ ਜਿਵੇਂ ਦੀ ਮਿੱਟੀ ਨਾ ਲੱਗ ਜਾਏ, ਇਸ ਤਰ੍ਹਾਂ ਹੱਥ ਪਿੱਛੇ ਕੀਤੇ ਹੋਏ ਸਿਰ ਚਰਨਾਂ ਤੇ ਧਰ ਦਿੱਤਾ। ਉਸ ਦੀ ਪੁੱਗੀ ਹੋਈ ਘਾਲ ਸੇਵਾ ਵਿੱਚ ਫੇਰ ਪ੍ਰੀਤ ਗੁਰੂ ਚਰਨਾਂ ਨਾਲ ਇਤਨਾ ਪ੍ਰੇਮ ਦੇਖ ਕੇ ਸਤਿਗੁਰੂ ਜੀ ਦਰਵ ਗਏ। ਉਸ ਦੇ ਸਿਰ ਨੂੰ ਹੱਥਾਂ ਨਾਲ ਉਠਾਇਆ ਤੇ ਆਪਣੇ ਮੋਢੇ ਦਾ ਪਰਨਾ ਉਸ ਦੇ ਸਿਰ ਤੇ ਧਰ ਦਿੱਤਾ। ਇਸ ਮਿਹਰ ਦੇ ਹੁੰਦੇ ਹੀ ਕਪਾਟ ਖੁੱਲ ਗਏ, ਆਤਮ ਦ੍ਰਿਸ਼ਟੀ ਤੇ ਸ਼ਕਤੀ ਪ੍ਰਾਪਤ ਹੋ ਗਈ। ਹੁਕਮ ਹੋਇਆ, ਜਾਓ ਆਪਣੇ ਨਗਰ ਜਾ ਕੇ ਵਸੋ, ਸਤਨਾਮ ਦਾ ਮੰਤਰ ਸ੍ਰਿਸ਼ਟੀ ਨੂੰ ਪਾਓ। ਬਖਸ਼ਿਸ਼ ਪਾ ਕੇ ਹਿੰਦਾਲ ਜੰਡਿਆਲੇ ਟੁਰ ਗਿਆ। ਸਤਿਗੁਰੂ ਜੀ ਦੀ ਆਗਿਆ ਪਾਲਦਾ ਰਿਹਾ। ਇਹ ਨਗਰੀ ਅੰਮ੍ਰਿਤਸਰ ਤੋਂ ਜਲੰਧਰ ਵਾਲੀ ਸੜਕ ਤੇ 10-12 ਮੀਲ ਤੇ ਹੈ। ਇੱਥੇ ਇਸ ਦਾ ਡੇਰਾ ਹੁਣ ਤੱਕ ਹੈ। ਹਿੰਦਾਲ ਆਪ ਤਾਂ ਸਾਰੀ ਉਮਰ ਗੁਰੂ ਚਰਨਾਂ ਦਾ ਭੋਰਾ ਰਿਹਾ ਹੈ ਤੇ ਸਿੱਖੀ ਸਿਦਕ ਵਿੱਚ ਨਿਭਿਆ, ਪਰ ਇਸ ਗੱਦੀ ਤੇ ਹੀ ਇੱਕ ਨੇ ਗੁਰੂ ਕੀ ਅਸਲੀ ਜਨਮ ਸਾਖੀ ਨਸ਼ਟ ਕਰਕੇ ਇੱਕ ਬਣਾਵਟੀ ਬਣਾਈ। ਝੂਠੀਆਂ ਸਾਖੀਆਂ ਆਪਣੇ ਪਰਦੇ ਕੱਜਣ ਲਈ ਬਣਾ ਕੇ ਵਿੱਚ ਪਾਈਆਂ ਅਤੇ ਗੁਰੂ ਨਾਨਕ ਦੇਵ ਜੀ ਤੋਂ ਹਿੰਦਾਲ ਨੂੰ ਵੱਡਾ ਕਰਕੇ ਲਿਖਿਆ। ਇਸ ਗੱਦੀ ਦੇ ਹੋਰ ਮਗਰਲੇ ਜਾਨਸ਼ੀਨ ਵੀ ਕਿਸੇ ਵੇਲੇ ਪੰਥ ਨਾਲ ਵਿਰੋਧ ਕਰਦੇ ਰਹੇ ਤੇ ਤੁਰਕ ਹਾਕਮਾਂ ਨੂੰ ਪੰਥ ਵਿਰੁੱਧ ਮਦਦ ਦਿੰਦੇ ਰਹੇ। ਹਿੰਦਾਲ ਦੀ ਸੰਪਰਦਾ ਵਾਲਿਆਂ ਨੂੰ ਹਿੰਦਾਲੀਏ ਤੇ ਨਿਰੰਜਨੀਏ ਆਖਦੇ। ਸਾਖੀ ਛੇਵੀਂ। ਭਾਈ ਗੁਰਦਾਸ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਵਿੱਚ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਸਾਇਆ ਸੀ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਗਿਆ ਦਿੱਤੀ ਸੀ ਕਿ ਆਪਣੇ ਪਰਿਵਾਰ ਨੂੰ ਵੀ ਗੋਇੰਦਵਾਲ ਲੈ ਆਓ ਤੇ ਉੱਥੇ ਲਿਆ ਵਸਾਓ। ਸੋ ਆਪ ਦਾ ਨਿੱਜ ਪਰਿਵਾਰ ਤੇ ਭਰਾ ਭਤੀਜੇ ਆਪਣੇ ਪਿੰਡ ਬਾਸਰਕੇ ਨੂੰ ਛੱਡ ਕੇ ਗੋਇੰਦਵਾਲ ਆ ਵਸੇ ਸੇ। ਇਸ ਪਰਿਵਾਰ ਦਾ ਇਤਨਾ ਕੁ ਪਤਾ ਚੱਲਦਾ ਹੈ ਕਿ ਬਾਸਰਕੇ ਵਿੱਚ ਬਾਬਾ ਤੇਜੋ ਨਾਮ ਦਾ ਇੱਕ ਸੁਹਿਰਦ ਪੁਰਖ ਵਸਦਾ ਸੀ, ਜੋ ਹੁਣ ਆਪਣਾ ਬਿਰਧ ਅਵਸਥਾ ਦਾ ਸਮਾਂ ਭਜਨ ਵਿੱਚ ਗੁਜ਼ਾਰਦਾ ਸੀ। ਉਸ ਦੇ 4 ਪੁੱਤਰ ਸਨ। ਵੱਡੇ ਸੁਪੁੱਤਰ ਦਾ ਨਾਮ ਸ੍ਰੀ ਅਮਰਦਾਸ ਜੀ, ਜੋ ਗੁਰੂ ਅਮਰਦਾਸ ਹੋ ਕੇ ਸ੍ਰੀ ਗੁਰੂ ਜੀ ਬਣੇ। ਬਾਕੀ ਤਿੰਨਾਂ ਵਿੱਚੋਂ ਇੱਕ ਦਾ ਨਾਮ ਦਾਤਾਰ ਚੰਦ ਦੱਸੀਦਾ ਹੈ, ਜਿਸ ਦੇ ਪੁੱਤਰ ਭਾਈ ਗੁਰਦਾਸ ਜੀ ਸਨ। ਭਾਈ ਗੁਰਦਾਸ ਜੀ ਦਾ ਜਨਮ ਸੰਮਤ ਪੁਰਾਤਨ ਗ੍ਰੰਥਾਂ ਤੋਂ ਨਹੀਂ ਮਿਲਦਾ, ਪਰ ਅਨੁਮਾਨ ਲੱਗਦਾ ਹੈ ਕਿ 1590 ਤੋਂ 1610 ਬਿਕਰਮੀ ਦੇ ਵਿੱਚ 1590 ਤੋਂ 1610 ਬਿਕਰਮੀ ਦੇ ਵਿੱਚ
ਕਿਸੇ ਸੰਮਤ ਵਿੱਚ ਆਪ ਦਾ ਆਗਮਨ ਹੋਇਆ। ਉੱਪਰ ਅਸੀਂ ਦੱਸ ਆਏ ਹਾਂ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਪਾ ਕੇ ਸ੍ਰੀ ਗੁਰੂ ਅਮਰਦਾਸ ਜੀ ਆਪਣੇ ਸਾਰੇ ਪਰਿਵਾਰ ਨੂੰ ਗੋਇੰਦਵਾਲ ਲੈ ਆਏ ਸੇ। 1600 ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਸੱਚਖੰਡ ਪਿਆਨਾ ਕਰ ਗਏ ਤੇ ਸ੍ਰੀ ਗੁਰੂ ਅਮਰਦਾਸ ਜੀ ਗੱਦੀ ਤੇ ਬਿਰਾਜੇ। ਭਾਈ ਗੁਰਦਾਸ ਜੀ ਦੇ ਜੀਵਨ ਦਾ ਪਹਿਲਾ ਹਿੱਸਾ ਗੋਇੰਦਵਾਲ ਵਿੱਚ ਬੀਤਿਆ। ਆਪ ਜੀ ਦੇ ਬਚਪਨ, ਕੁਮਾਰ, ਕਿਸ਼ੋਰ ਅਵਸਥਾ ਦੇ ਹਾਲਤ ਨਹੀਂ ਮਿਲਦੇ। ਆਪ ਜੀ ਦੇ ਬਚਪਨ, ਕੁਮਾਰ, ਕਿਸ਼ੋਰ ਅਵਸਥਾ ਦੇ ਹਾਲਾਤ ਨਹੀਂ ਮਿਲਦੇ, ਪਰ ਸਾਰਾ ਪਰਿਵਾਰ ਗੋਇੰਦਵਾਲ ਵਿੱਚ ਜਾਣ ਕਰਕੇ ਆਪ ਜੀ ਦਾ ਇਹ ਜੀਵਨ ਗੁਰੂ ਪ੍ਰਭਾਵ ਦੇ ਸਤਸੰਗ ਦੇ ਮੰਡਲ ਵਿੱਚ ਬੀਤਿਆ। ਇਹ ਗੱਲ ਸਪਸ਼ਟ ਹੀ ਹੈ। ਆਪ ਦੀ ਬਾਣੀ ਪੜ੍ਹਨ ਤੋਂ ਕੋਈ ਸੁਭਾ ਨਹੀਂ ਰਹਿੰਦਾ ਕਿ ਆਪ ਨੂੰ ਸਮੇਂ ਦੇ ਸ਼ਾਸਤਰਾਂ ਦੀ ਵਾਕਫੀ ਤੇ ਫਾਰਸੀ ਦੀ ਜਾਣਕਾਰੀ ਕਾਫੀ ਸੀ। ਸੋ ਇਹ ਖਿਆਲ ਕਰ ਲੈਣਾ ਸੱਚ ਤੋਂ ਦੂਰ ਨਹੀਂ ਹੋਵੇਗਾ ਕਿ ਆਪ ਦੀ ਪਾਲਣਾ ਪੋਸ਼ਣਾ ਤੇ ਵਿਦਿਆ ਗੋਇੰਦਵਾਲ ਵਿੱਚ ਹੋਈ, ਜਿੱਥੇ ਕਿ ਪੰਡਤ ਤੇ ਫਾਰਸੀ ਦਾਨ ਵੀ ਸਨ ਅਤੇ ਆਉਂਦੇ ਜਾਂਦੇ ਵੀ ਸਨ। ਇਹ ਸਮਾਨ ਨਵੀਂ ਨਗਰੀ ਵਿੱਚ ਸੁਤੇ ਸਿੱਧ ਹੋ ਜਾਣੇ ਸਨ ਤੇ ਵਿਸ਼ੇਸ਼ ਕਰਕੇ ਗੁਰੂ ਨਿਵਾਸ ਸਥਾਨ ਹੋਣ ਕਰਕੇ ਹਰ ਮਤ ਦੇ ਵਿਦਵਾਨ ਤੇ ਹਰ ਵਿਦਿਆ ਦੇ ਜਾਣਕਾਰ ਸਾਧੂ ਸੰਤ ਗੁਰਦਰਸ਼ਨਾਂ ਨੂੰ ਆਉਂਦੇ ਸਨ। ਗੋਇੰਦਵਾਲ ਸ਼ਾਹਰਾਹ ਦਾ ਪੱਤਣ ਸੀ। ਉਸ ਸਮੇਂ ਸ਼ਾਹੀ ਸੜਕ ਗੋਇੰਦਵਾਲ ਹੋ ਕੇ ਹੋਣ ਵਾਲੇ ਨੌਰੰਗਾਬਾਦ ਤੇ ਤਰਨਤਾਰਨ ਦੇ ਉੱਪਰੋਂ ਝਬਾਲ ਥਾਣੀ ਲਾਹੌਰ ਨੂੰ ਜਾਂਦੀ ਸੀ। ਇਉਂ ਗੋਇੰਦਵਾਲ ਤੋਂ ਆਮ ਲੋਕੀ ਲੰਘਦੇ ਸਨ ਤੇ ਵਿੱਚ ਗੁਣੀ ਜਨ ਵੀ ਲੰਘਦੇ ਤੇ ਟਿਕਦੇ ਸਨ। ਸੋ ਇੱਥੇ ਇਹ ਹੋਣਹਾਰ ਬਿਰਵਾ ਫੁੱਟਦੀ ਮਸੂ ਭੇਦ ਦੀ ਉਮਰੇ ਗੁਰਮੁਖੀ, ਹਿੰਦੀ, ਸੰਸਕ੍ਰਿਤ ਤੇ ਫਾਰਸੀ ਆਦਿ ਵਿਦਿਆ ਨਾਲ ਹਰਿਆਵਲਾ ਹੋ ਗਿਆ ਤੇ ਸ਼ਾਸਤਰਾਂ, ਉਪਨਿਖਦਾਂ, ਪੁਰਾਣਾਂ ਦੀ ਚੋਖੀ ਵਾਕਫੀਅਤ ਨਾਲ ਪ੍ਰਫੁੱਲਤ ਹੋ ਗਿਆ। ਨਾਲ ਹੀ ਘਰ ਦੇ ਸੱਚੇ ਸਤਸੰਗ ਕਰਕੇ ਰੂਹਾਨੀ ਫਲਾਂ ਨਾਲ ਸਫਲ ਹੋ ਗਿਆ। ਇੱਕ ਪਾਸੀ ਵਿਦਿਆ ਨੂੰ ਦਿਮਾਗ ਦੀ ਖਿੱਚ ਨਾਲ ਜੀਵਰੀ ਜਾਣ ਦਾ ਸ਼ੌਕ, ਦੂਜੇ ਪਾਸੇ ਸੀ ਗੁਰੂ ਰਹੱਸ ਵਿੱਚ ਨਿਮਗਨਤਾ ਤੇ ਗੁਰਮਤਿ ਰੋਹ ਰੀਤੀ ਨਾਲ ਗਿਆਨ ਪ੍ਰਾਪਤੀ। ਇਉਂ ਆਪ ਦਾ ਇਲਮੀ ਤੇ ਅਮਲੀ ਜੀਵਨ ਦਰੁਸਤ ਲੀਹਾਂ ਤੇ ਟੁਰਦਾ ਰਿਹਾ। ਚਾਹੋ ਇਸ ਸਮੇਂ ਦੇ ਹਾਲਾਤ ਭਾਈ ਗੁਰਦਾਸ ਜੀ ਦੇ ਨਹੀਂ ਮਿਲਦੇ, ਪਰ ਇੱਕ ਰਵਾਇਤ ਇਹ ਹੈ ਕਿ ਆਪ ਸ੍ਰੀ ਗੁਰੂ ਅਮਰਦਾਸ ਜੀ ਦੇ ਫੈਜ਼ ਨਾਲ ਕਿਰਤ ਹੋ ਗਏ ਸੇ ਤੇ ਚੰਬੇ, ਜੰਮੂ ਆਦਿ ਪਹਾੜਾਂ ਵਿੱਚ ਪ੍ਰਚਾਰ ਲਈ ਵੀ ਘੱਲੇ ਗਏ ਸੇ। ਜਿਵੇਂ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਦੂਜੇ ਭਤੀਜੇ ਸਾਵਣ ਮੱਲ ਜੀ ਹਰੀਪੁਰ ਦੇ ਰਾਜੇ ਪਾਸ ਘੱਲੇ ਗਏ ਸੇ, ਉਹਨਾਂ ਪਹਾੜੀ ਇਲਾਕਿਆਂ ਵਿੱਚ ਫਿਰਦੇ ਭਾਈ ਗੁਰਦਾਸ ਜੀ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਸੱਚਖੰਡ ਪਿਆਨੇ ਦੀ ਖਬਰ ਪਹੁੰਚੀ। ਆਪਣੇ ਸਤਿਗੁਰੂ ਤੇ ਸੰਬੰਧ ਵਿੱਚ ਲੱਗਦੇ ਤਾਏ ਦੇ ਪਿਆਨੇ ਸੁਣ ਕੇ ਆਪ ਜੀ ਨੇ ਤਿਆਰੇ ਕੀਤੇ। ਗੁਰੂ ਅਮਰਦਾਸ ਜੀ ਦੀ ਚਰਨ ਸ਼ਰਨ ਆ ਕੇ ਹਾਜ਼ਰ ਹੋਏ। ਸ੍ਰੀ ਗੁਰੂ ਜੀ ਦੇ ਦਰਸ਼ਨ ਕੀਤੇ, ਕਿਰਤ ਹੋ ਗਏ। ਆਪ ਜੀ ਨੂੰ ਸਾਮਰਥਕ ਗੁਰੂ ਅਮਰਦਾਸ ਜੀ ਦਾ ਰੂਪ ਜਾਣ ਕੇ ਸ਼ਰਧਾ ਵਿੱਚ ਭਰ ਗਏ ਤੇ ਬੇਬਲ ਹੋ ਕੇ ਚਰਨੀ ਪੈ ਗਏ। ਸ੍ਰੀ ਗੁਰੂ ਜੀ ਨੇ ਪੁੱਗੀ ਹੋਈ ਨਰਦ ਵੇਖ ਕੇ ਹੋਰ ਮਿਹਰ ਕੀਤੀ ਤੇ ਗੁਰਮੁਖ ਬਣਾ ਦਿੱਤਾ। ਭਾਈ ਜੀ ਕੁਛ ਦਿਨ ਚਰਨ ਸ਼ਰਨ ਰਹੇ। ਫਿਰ ਸਤਿਗੁਰੂ ਨੇ ਆਗਿਆ ਕੀਤੀ ਕਿ ਆਗਰੇ ਜਾਓ ਤੇ ਪੂਰਬ ਦੀ ਸਿੱਖੀ ਦੀ ਸੰਭਾਲ ਕਰੋ। ਸੋ ਆਪ ਜੀ ਆਗਰੇ ਵੱਲ ਨੂੰ ਪਧਾਰ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 7ਵੀਂ ਰਾਮਦਾਸਪੁਰਾ। ਸ੍ਰੀ ਗੁਰੂ ਅਮਰਦਾਸ ਜੀ ਆਪਣੇ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਆਪਣੀ ਆਤਮ ਸਰੂਪਤਾ ਵਿੱਚ ਟਿਕ ਗਏ ਸਨ। ਸੰਮਤ 1631 ਬਿਕਰਮੀ ਭਾਦੋ ਸੁਦੀ 14 ਅਥਵਾ ਅੱਸੂ ਪ੍ਰਵਿਸ਼ਟੇ 2 ਨੂੰ ਸ੍ਰੀ ਗੁਰੂ ਰਾਮਦਾਸ ਜੀ ਤਦ ਤੋਂ ਟਿਕੇ ਰਹੇ ਗੋਇੰਦਵਾਲ ਹੀ। ਇੱਥੇ ਹੀ ਸੰਗਤਾਂ ਦੇ ਤਾਰਨਹਾਰ ਦਾ ਕਾਰਜ ਪਿਛਲੇ ਸਤਿਗੁਰਾਂ ਵਾਂਗੂ ਨਿਭਾਉਂਦੇ ਰਹੇ। ਹੁਣ ਆਪਨੇ ਤਿਆਰੀ ਕੀਤੀ ਜਾਣ ਦੀ ਉੱਥੇ ਜਿੱਥੇ ਲਈ ਕਿ ਆਗਿਆ ਕਰ ਗਏ ਸਨ ਸ੍ਰੀ ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ ਦੇ ਪ੍ਰਸੰਗ ਵਿੱਚ ਜ਼ਿਕਰ ਆ ਚੁੱਕਾ ਹੈ ਕਿ ਅਕਬਰ ਤਦੋਂ ਗੋਇੰਦਵਾਲ ਆਇਆ ਸੀ ਤੇ ਕੁਝ ਪਿੰਡ ਉਸਨੇ ਅਰਪਣ ਕੀਤੇ ਸੇ ਜੋ ਆਪ ਨੇ ਲੈਣੇ ਨਹੀਂ ਸਨ ਮੰਨੇ, ਪਰ
ਸ੍ਰੀ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੇ ਸਨ। ਯਥਾ ਸ੍ਰੀ ਸਤਿਗੁਰ ਬਿਰਦ ਅਮਰ ਜੀ ਆਏ ਤਿਨੂ ਕੇ ਪਾਸ, ਗ੍ਰਾਮ ਕਿਤਕ ਅਰਪਨ ਕਰੇ ਅਕਬਰ ਬਿਨੈ ਪ੍ਰਕਾਸ਼। ਸੋ ਸਗਰੇ ਹੀ ਗ੍ਰਾਮ ਗਨ ਗੁਰਤਾ ਗਾਦੀ ਸਾਥ, ਰਾਮਦਾਸ ਗੁਰ ਕੋ ਦਏ ਕੁਲ ਭਲਿਅਨ ਕੇ ਨਾਥ। ਗੁਰਪ੍ਰਤਾਪ ਸੂਰਜ ਗ੍ਰੰਥ। ਇਹ ਪਿੰਡ ਸ੍ਰੀ ਗੁਰੂ ਘਰ ਵਿੱਚ ਸੰਮਤ 1616-17 ਦੇ ਲਗਭਗ ਅਰਪੇ ਗਏ ਖਿਆਲੇ ਜਾਂਦੇ ਹਨ। ਪਤਾ ਲੱਗਦਾ ਹੈ ਕਿ 1621 ਬਿਕਰਮੀ ਵਿੱਚ ਗੁਰੂ ਅਮਰਦਾਸ ਜੀ ਦੀ ਆਗਿਆ ਪਾ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਸੁਲਤਾਨਵਿੰਡ ਦੇ ਪੱਛੋਂ ਰੁਖ ਇੱਕ ਤਾਲ ਖੁਦਵਾਇਆ ਸੀ। ਤਦੋਂ 1621 ਵਿੱਚ ਇਹ ਅਧਵਾਟੇ ਪਿਆ ਰਿਹਾ ਤੇ ਹੋਰ ਵਸੋਂ ਵੀ ਕੋਈ ਨਾ ਠੱਟੀ ਗਈ। ਇਸ ਦਾ ਨਾਮ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਤੋਖਸਰ ਰੱਖਿਆ ਸੀ, ਸੋ ਹੁਣ ਤੱਕ ਮੌਜੂਦ ਹੈ। 1645 ਬਿਕਰਮੀ ਦੇ ਲਗਭਗ ਗੁਰੂ ਅਰਜਨ ਦੇਵ ਜੀ ਨੇ ਸੰਤੋਖਸਰ ਪੂਰਾ ਕੀਤਾ ਸੀ। ਤਵਾਰੀਖ ਖਾਲਸਾ ਦੇ ਲੇਖ ਸ੍ਰੀਮਾਨ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ 1627 ਬਿਕਰਮੀ ਹਾੜਵਦੀ 5 ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਹੁਕਮ ਦੇਣ ਪਰ ਸੰਤੋਖਸਰ ਵਾਲੇ ਤਾਲ ਤੋਂ ਦੂਰ ਜਿਹੇ ਇੱਕ ਪਿੰਡ ਬੱਧਾ, ਜਿਸ ਦਾ ਨਾਮ ਗੁਰੂ ਕਾ ਚੱਕ ਰੱਖਿਆ, ਪਰ ਫਿਰ ਇਸ ਦਾ ਨਾਮ ਰਾਮਦਾਸਪੁਰ ਹੋ ਗਿਆ। ਗਾਲਬਨ ਇਹ ਨਾਮ ਗੁਰੂ ਅਮਰਦਾਸ ਜੀ ਨੇ ਬਖਸ਼ਿਆ, ਪਰ ਇਸ ਪਿੰਡ ਦੀ ਨੀਂਹ ਸ਼ੁਰੂ 1631 ਵਿੱਚ ਬੱਧੀ ਗਈ ਵੀ ਅਨੁਮਾਨੀ ਜਾਂਦੀ ਹੈ। ਪਰ ਇਹ ਸਾਰੇ ਮੰਨਦੇ ਹਨ ਕਿ ਸ੍ਰੀ ਗੁਰੂ ਅਮਰਦਾਸ ਜੀ ਤੇ ਹੀਨ ਹਯਾਤ ਉਹਨਾਂ ਦੇ ਹੁਕਮ ਵਿੱਚ ਇਹ ਗ੍ਰਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਬੰਨਿਆ ਸੀ। ਇੱਥੇ ਇੱਕ ਪਹਿਲੋਂ ਮਕਾਨ ਬਣਵਾਇਆ, ਜੋ ਪਿੱਛੋਂ ਪੱਕਾ ਤੇ ਵੱਡਾ ਕੀਤਾ ਗਿਆ, ਜਿਸ ਦਾ ਨਾਮ ਹੁਣ ਗੁਰੂ ਕੇ ਮਹਿਲ ਹੈ, ਜਿਸ ਨੂੰ ਗੁਰੂ ਅਮਰਦਾਸ ਜੀ ਨੇ ਚਰਨ ਪਾ ਕੇ ਆਪਣੀ ਪਾਵਨਤਾ ਨਾਲ ਪਵਿੱਤਰ ਕਰ ਦਿੱਤਾ ਸੀ। ਇਸ ਤੇ ਉਰੇ ਨਾਲ ਵਾਰ ਹੀ ਬਾਜ਼ਾਰ ਪਿਆ। ਤਦੋਂ ਤੋਂ ਹੁਣ ਤੱਕ ਇਸ ਦਾ ਨਾਮ ਗੁਰੂ ਕਾ ਬਾਜ਼ਾਰ ਹੈ। ਇੱਥੇ ਵਸੋਂ ਤਦੋਂ ਤੋਂ ਹੋ ਗਈ ਸੀ। ਭਾਈ ਸਾਲੋਵਾਦ ਗੁਰਸਿੱਖਾਂ ਨੇ ਬੜੀ ਸੇਵਾ ਕੀਤੀ ਸੀ। ਗੁਰੂ ਕਾ ਬੱਧਾ ਚੱਕ ਹੋਣ ਕਰਕੇ ਦੂਰੋਂ ਨੇੜਿਓਂ ਸਿੱਖ ਆ ਵਸੇ ਤੇ ਸੁਲਤਾਨਵਿੰਡ, ਤੁੰਗ, ਗੁਮਟਾਲਾ, ਗਿੱਲਵਾਲੀ, ਚਾਟੀਵਿੰਡ, ਭਰਾੜੀ ਆਦਿ ਪਿੰਡਾਂ ਦੇ ਗੱਭੇ ਹੋਣ ਕਰਕੇ ਇੱਥੇ ਆ ਕੇ ਹੱਟੀਆਂ ਪਾਉਣ ਵਾਲਿਆਂ ਦਾ ਵਪਾਰ ਟੁੱਟ ਪਿਆ ਸੀ ਤੇ ਗੁਰੂ ਕਾ ਬਾਜ਼ਾਰ ਵਸ ਪਿਆ ਸੀ। ਇਹ ਕੁਛ ਬਣਵਾ ਕੇ ਆਪ ਗੋਇੰਦਵਾਲ ਗਏ ਤੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਦੱਸਿਆ ਕਿ ਆਹ ਕੁਛ ਬਣ ਗਿਆ ਹੈ। ਕਵੀ ਜੀ ਲਿਖਦੇ ਹਨ, ਤਬ ਸ੍ਰੀ ਰਾਮਦਾਸ ਚੱਲ ਗਏ, ਚਰਨ ਕਮਲ ਗੁਰ ਬੰਦਤ ਭਏ, ਸਗਰੀ ਕਾਰ ਕਰੀ ਸੋ ਬਤਾਈ, ਸਦਨ ਗ੍ਰਾਮ ਸਿਰਜੇ ਸਮੁਦਾਈ, ਤਾਲ ਕਛਕ ਖਨ ਵਾਵਨ ਕੀਨਾ, ਜਤਾ ਹੁਕਮ ਰਾਵਰ ਨੇ ਦੀਨਾ। ਸੂਰਜ ਪ੍ਰਕਾਸ਼। ਕਦੇ ਕਦੇ ਗੁਰੂ ਅਮਰਦਾਸ ਜੀ ਆਪ ਨੂੰ ਰਾਮਦਾਸਪੁਰੇ ਜਾ ਕੇ ਫੇਰਾ ਮਾਰ ਆਉਣ ਦਾ ਹੁਕਮ ਦਿਆ ਕਰਦੇ ਸਨ। ਤਦ ਆਪ ਇੱਥੇ ਫੇਰਾ ਪਾ ਜਾਂਦੇ ਹੁੰਦੇ ਸਨ। ਯਥਾ ਤਵਾਰੀਖ ਖਾਲਸਾ ਵਿੱਚ ਲਿਖਿਆ ਹੈ ਕਿ 7 ਕੱਤਕ ਸੰਮਤ 1630 ਬਿਕਰਮੀ ਨੂੰ ਗੁਰੂ ਰਾਮਦਾਸ ਜੀ ਨੇ ਗੁਰੂ ਕੇ ਚੱਕ ਆ ਕੇ ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਅੰਮ੍ਰਿਤ ਸਰੋਵਰ ਦਾ ਤਾਲ ਪਟਵਾਉਣਾ ਸ਼ੁਰੂ ਕੀਤਾ ਸੀ, ਪਰ ਫਿਰ ਗੋਇੰਦਵਾਲ ਚਲੇ ਗਏ ਸਨ। ਉੱਥੇ ਇਹ ਵੀ ਲਿਖਿਆ ਹੈ ਕਿ ਤਾਲ ਨੂੰ ਪੱਕਾ ਕਰਨ ਦਾ ਕੰਮ ਗੁਰੂ ਰਾਮਦਾਸ ਜੀ ਨੇ 1635 ਵਿੱਚ ਆਰੰਭਿਆ ਸੀ। ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਰਾਮਦਾਸਪੁਰੇ ਜਾ ਕੇ ਰਹਿਣ ਤੇ ਅੰਮ੍ਰਿਤ ਸਰੋਵਰ ਤੇ ਹਰਿਮੰਦਰ ਬਣਾਉਣ ਦੀ ਆਗਿਆ ਦੇ ਗਏ ਸਨ। ਉਸ ਮੁਜਬ ਹੁਣ ਗੁਰੂ ਰਾਮਦਾਸ ਜੀ ਦੀ ਇੱਛਾ ਇੱਥੇ ਆ ਵਸਣੇ ਦੀ ਹੋ ਗਈ। ਹੁਣ ਤੱਕ ਇੱਥੇ ਹੀ ਗੋਇੰਦਵਾਲ ਵਿੱਚ ਗੁਰੂ ਗੱਦੀ ਸੰਭਾਲੀ ਤੇ ਪ੍ਰਚਾਰ ਕੀਤਾ। ਪਿੱਛੇ ਕਹੇ ਪ੍ਰਸੰਗ ਇੱਥੇ ਹੀ ਵਰਤੇ। ਦੇਸ਼ ਵਿੱਚ ਬੜੀ ਪ੍ਰਸਿੱਧੀ ਹੋ ਗਈ ਤੇ ਸਭ ਪਾਸਿਓਂ ਸੰਗਤਾਂ ਉਮੜ ਆਈਆਂ। ਗੁਰਸਿੱਖੀ ਪੰਜਾਬ ਵਿੱਚ ਹੀ ਨਹੀਂ, ਪੂਰਬ, ਮੱਧ ਦੇਸ਼, ਸਿੰਧ ਤੇ ਦੱਖਣ ਤੱਕ, ਉੱਪਰ ਬੁਖਾਰੇ ਤੱਕ ਫੈਲ ਗਈ ਸੀ, ਜਿੱਥੇ ਵਸਦੇ ਸਿੰਧੀ ਪੰਜਾਬੀ ਵਪਾਰੀ
ਸਿੱਖੀ ਵਿੱਚ ਆ ਰਹੇ ਸਨ। ਹੋਰ ਵੀ ਪ੍ਰਚਾਰ ਬਹੁਤ ਵੱਧ ਰਿਹਾ ਸੀ ਤੇ ਸ੍ਰੀ ਗੁਰੂ ਜੀ ਹੁਣ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਉਹਨਾਂ ਦੇ ਹੁਕਮ ਵਿੱਚ ਵਸਾਏ ਨਗਰ ਰਾਮਦਾਸਪੁਰੇ ਵਿੱਚ ਜਾ ਵਸਣ ਦਾ ਸੰਕਲਪ ਕਰਕੇ ਗੋਇੰਦਵਾਲ ਦੇ ਸਾਰੇ ਸਹੁਰੇ ਪਰਿਵਾਰ ਤੋਂ ਵਿਦਾ ਹੋ ਕੇ ਆਪਣੇ ਚੱਕ ਆ ਗਏ। ਜੈਸਾ ਲਿਖਿਆ ਹੈ ਕਿ ਗੁਰੂ ਜੀ ਨੇ ਮੋਹਨ ਜੀ, ਮੋਰੀ ਜੀ ਸਾਰੇ ਪਰਿਵਾਰ ਨੂੰ ਆਖਿਆ, ਹਮਕੋ ਗੁਰ ਕੀ ਆਗਿਆ ਹੈ, ਸੁਦਾ ਸਰੋਵਰ ਕੋ ਬਨਵਾਵਨ, ਤੁਮ ਵੀ ਆਇਓਸ ਕਰੋ ਅਲਾਵਨ। ਸੂਰਜ ਪ੍ਰਕਾਸ਼। ਇਸ ਪ੍ਰਕਾਰ ਸਭ ਦੀ ਪ੍ਰਸੰਨਤਾ ਲੈ ਕੇ ਸ੍ਰੀ ਗੁਰੂ ਜੀ ਦੀ ਆਗਿਆ ਅਨੁਸਾਰ ਖੁਸ਼ੀ ਖੁਸ਼ੀ ਆਪਣੇ ਚੱਕ ਆ ਵਸੇ, ਜਿਸ ਥਾਂ ਨੂੰ ਗੁਰੂ ਕੇ ਮਹਿਲ ਆਖਦੇ ਹਨ। 2-4 ਦਿਨ ਆਰਾਮ ਕਰਕੇ ਜਦੋਂ ਆਪਣੀ ਨਿਤ ਕਿਰਿਆ ਆਪਣੀ ਰੀਤੀ ਮੁਜਬ ਟੁਰ ਪਈ ਤਾਂ ਗੁਰੂ ਅਮਰਦਾਸ ਜੀ ਦੇ ਸਮੇਂ ਹੀ ਸਰੋਵਰ ਉੱਠਣ ਦੀ ਸੇਵਾ ਜੋ ਆਪ ਆਰੰਭ ਕਰ ਗਏ ਸਨ ਫੇਰ ਸ਼ੁਰੂ ਕਰਵਾਈ। ਸਰੋਵਰ ਦੀ ਸੇਵਾ ਕਰਵਾਉਂਦਿਆਂ ਇੱਕ ਦਿਨ ਗੁਰੂ ਜੀ ਦੇ ਲਾਹੌਰ ਦੇ ਕੁਝ ਸੰਬੰਧੀ ਮਿਲਣ ਆਏ ਤੇ ਬੇਨਤੀ ਕੀਤੀ ਕਿ ਕੁਝ ਚਿਰ ਲਈ ਲਾਹੌਰ ਆਪਣੇ ਘਰ ਭਾਗ ਲਾਓ ਤੇ ਉੱਥੇ ਸਿੱਖੀ ਦਾ ਪ੍ਰਚਾਰ ਕਰੋ। ਜੋ ਪਰਿਵਾਰ ਤੇ ਸ਼ਹਿਰ ਦੇ ਲੋਕੀ ਵੀ ਸਤਨਾਮ ਦੇ ਗੱਫੇ ਲੈ ਕੇ ਭਵਸਾਗਰ ਨੂੰ ਤਰਨ। ਸੋ ਬਿਨਾਂ ਮੰਨ ਕੇ ਸ੍ਰੀ ਗੁਰੂ ਜੀ ਚਲੇ ਗਏ ਤੇ ਕੁਝ ਮਹੀਨੇ ਉੱਥੇ ਟਿਕੇ, ਸਤਨਾਮ ਦਾ ਛਤਰ ਝੁਲਾਇਆ ਤੇ ਸੈਂਕੜੇ ਜੀਵ ਪਾਪ ਜੀਵਨਾਂ ਤੋਂ ਬਚਾਏ। ਆਪਣੇ ਘਰਾਂ ਨੂੰ ਤਦੋਂ ਹੀ ਢਵਾ ਕੇ ਧਰਮਸ਼ਾਲਾ ਬਣਾ ਦਿੱਤਾ। ਆਪਣੇ ਘਰ ਨੂੰ ਤਦੋਂ ਹੀ ਢਵਾ ਕੇ ਧਰਮਸ਼ਾਲਾ ਬਣਵਾ ਦਿੱਤਾ ਤੇ ਨਾਲ ਇੱਕ ਖੂਹ ਲਵਾ ਦਿੱਤਾ ਜੋ ਹੁਣ ਤੱਕ ਹੈ। ਫਿਰ ਆਪ ਰਾਮਦਾਸਪੁਰੇ ਆ ਗਏ। ਅੰਮ੍ਰਿਤ ਸਰੋਵਰ ਦੀ ਸੇਵਾ ਆਰੰਭ ਸਮੇਂ ਦਾ ਇੱਕ ਕ੍ਰਿਸ਼ਮਾ। ਸ੍ਰੀ ਗੁਰੂ ਰਾਮਦਾਸ ਜੀ ਜਦ ਕਾਰ ਸੇਵਾ ਕਰਵਾ ਰਹੇ ਸਨ ਤੇ ਇੱਕ ਕ੍ਰਿਸ਼ਮਾ ਵਰਤਿਆ। ਕਈ ਸੱਜਣਾਂ ਦਾ ਖਿਆਲ ਹੈ ਕਿ ਇਹ ਵਾਰਤਾ ਪੰਚਮ ਪਾਤਸ਼ਾਹ ਦੇ ਸਮੇਂ ਹੋਈ। ਕਵੀ ਸੰਤੋਖ ਸਿੰਘ ਜੀ ਵੀ ਇਹੀ ਗੱਲ ਲਿਖਦੇ ਹਨ, ਪਰ ਪੰਜਵੇਂ ਪਾਤਸ਼ਾਹ ਦੇ ਪ੍ਰਸੰਗ ਵਿੱਚ ਇਹ ਵਾਰਤਾ ਜੋ ਅੱਗੇ ਲਿਖਦੇ ਹਾਂ ਵਰਣਨ ਕਰਕੇ ਕਵੀ ਜੀ ਆਪ ਹੀ ਲਿਖਦੇ ਹਨ ਕਿ ਕਈ ਸਿੱਖ ਇਸ ਵਾਰਤਾ ਨੂੰ ਗੁਰੂ ਰਾਮਦਾਸ ਜੀ ਦੇ ਸਮੇਂ ਵਿੱਚ ਵਰਤੀ ਲਿਖਦੇ ਹਨ। ਹਰ ਹਾਲ ਵਿੱਚ ਇਹ ਵਾਰਤਾ ਤਾਲ ਕੁਣਨ ਤੋਂ ਪਹਿਲੋਂ ਜਾਂ ਸ਼ੁਰੂ ਵਿੱਚ ਹੋਈ। ਭਾਈ ਗੁਰਦਾਸ ਜੀ ਲਿਖਦੇ ਹਨ, ਪੂਰਨ ਤਾਲ ਕਟਾਇਆ ਗੁਰੂ ਰਾਮਦਾਸ ਜੀ ਨੇ ਸੀ, ਸੋ ਵਾਰਤਾ ਗੁਰੂ ਰਾਮਦਾਸ ਜੀ ਦੇ ਸਮੇਂ ਹੋਈ ਠੀਕ ਜਾਪਦੀ ਹੈ। ਭਾਈ ਗੁਰਦਾਸ ਜੀ ਦਾ ਵਾਕ ਹੈ, ਪੂਰਨ ਤਾਲ ਕਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਵਾਰਤਾ ਇਸ ਪ੍ਰਕਾਰ ਹੈ। ਸਾਖੀ 8ਵੀਂ ਪਤੀਵਰਤਾ। ਮਾਝੇ ਵਿੱਚ ਇੱਕ ਨਗਰ ਹੈ ਪੱਟੀ। ਅਸਲ ਵਿੱਚ ਕਦੇ ਇਸ ਦਾ ਨਾਂ ਪਿਆ ਸੀ ਚੀਨਾਪੱਤੀ। ਇੱਥੇ ਕਿਸੇ ਹਿੰਦ ਐਸ਼ਵਰਜ ਦੇ ਸਮੇਂ ਚੀਨ ਦਾ ਸ਼ਹਿਜ਼ਾਦਾ ਆਇਆ ਤੇ ਰੱਖਿਆ ਗਿਆ ਸੀ। ਤਦੋਂ ਨਾਮ ਪਿਆ ਸੀ ਚੀਨਾਪੱਤੀ। ਸਮੇਂ ਬਦਲ ਜਾਣ ਤੇ ਨਾਮ ਪੱਤੀ ਦਾ ਪੱਟੀ ਰਹਿ ਗਿਆ ਤੇ ਚੀਨਾ ਉੱਡ ਗਿਆ। ਇਹ ਨਗਰ ਪਿੱਛੋਂ ਪਰਗਣੇ ਦਾ ਇੱਕ ਵੱਡਾ ਨਗਰ ਬਣ ਗਿਆ। ਇੱਥੋਂ ਦਾ ਇੱਕ ਕਾਰਦਾਰ ਸੀ ਜੋ ਸਾਰਾ ਮਾਮਲਾ ਉਗਰਾਉਂਦਾ ਤੇ ਮੁਗਲ ਰਾਜ ਦਾ ਇੱਕ ਅਹੁਦੇਦਾਰ ਰਾਜਿਆਂ ਤੋਂ ਵਸੀ ਕਰ ਰੱਖਦਾ ਸੀ। ਇਹ ਪੱਕਾ ਦੁਨੀਆਦਾਰ, ਹੈਂਕੜ ਵਾਲਾ ਤੇ ਕੁਛ ਨਾਸਤਕ ਮੱਤੇ ਦਾ ਆਦਮੀ ਸੀ। ਇਸ ਦੇ 5 ਧੀਆਂ ਸਨ। ਛੋਟੀ ਕਦੇ ਸਤਸੰਗ ਵਿੱਚ ਜਾ ਨਿਕਲੀ ਤਾਂ ਇਸ ਨੇ ਸਤਸੰਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਸੁਣਿਆ। ਸ਼ਲੋਕ ਮਹਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ, ਤਟਾਂ ਮੇਘਾਂ ਖੇਤਾਂ, ਦੀਪਾਂ ਲੋਆਂ ਮੰਡਲਾਂ, ਖੰਡਾਂ ਵਰ ਭੰਡਾਂ, ਅੰਡਜ ਜੇ ਰਜ ਉਤਪੁਜਾਂ, ਖਾਣੀ ਸਿਤ ਜਾਂ, ਸੋ ਮਿਤ ਜਾਣੈ ਨਾਨਕਾ, ਸਰਾ ਮੇਰਾ ਜਨਤਾ, ਨਾਨਕ ਜੰਤੋ ਪਾਇ ਕੈ, ਸੰਭਾਲੇ ਸਭਨਾ, ਜਿਨ ਕਰਤੇ ਕਰਣਾ ਕੀਆ, ਚਿੰਤਾ ਫਿਕਰਣੀ ਤਾ, ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ, ਤਿਸ ਜੋ ਆਰੀ ਸਵਸਤ ਤਿਸ ਦੇ ਬਾਣ ਅਪੱਗ, ਨਾਨਕ ਸੱਚੇ ਨਾਮ ਬਿਨ,
ਕਿਆ ਟਿੱਕਾ ਕਿਆ ਤਗ। ਇਸ ਸ਼ਲੋਕ ਦੀ ਵਿਆਖਿਆ ਤੇ ਇਸ ਸੰਬੰਧੀ ਕਥਾ ਸੁਣ ਕੇ ਬੀਬੀ ਕਰਤਾਰ ਦੀ ਕੁਦਰਤ ਨਾਲ ਇੱਕਦਮ ਨਿਸ਼ਚੇ ਦੇ ਘਰ ਪਹੁੰਚ ਕੇ ਮਨ ਹੀ ਮਨ ਵਿੱਚ ਈਸ਼ਵਰ ਪ੍ਰਾਇਣ ਹੋ ਗਈ। ਕਿਸੇ ਦਿਨ ਸਾਰੀਆਂ ਭੈਣਾਂ ਬੈਠੀਆਂ ਗੱਲਾਂ ਕਰਦੀਆਂ ਸਨ ਤਾਂ ਪਿਤਾ ਦੀ ਮਹਿਮਾ ਕਰਨ ਲੱਗੀਆਂ ਕਿ ਉਹ ਬੜਾ ਪੈਸੇ ਵਾਲਾ ਤੇ ਉਦਾਰ ਹੈ, ਸਾਡੀ ਕੈਸੀ ਰਾਜਸੀ ਪਾਲਣਾ ਕੀਤੀ ਤੇ ਸਾਨੂੰ ਉਹ ਘਰੀ ਦਾਤਾਂ ਬਰਾਤਾਂ ਨਾਲ ਤੋਰਿਆ ਹੈ। ਬਾਪੂ ਦੀਆਂ ਨਿੱਤ ਦੀਆਂ ਦਾਤਾਂ ਕਰਕੇ ਅਸੀਂ ਸਹੁਰੇ ਸੁਖੀ ਹਾਂ। ਛੋਟੀ ਚੁੱਪ ਬੈਠੀ ਸੀ, ਇਹ ਅਜੇ ਵਿਆਹੀ ਨਹੀਂ ਸੀ। ਇਸ ਨੂੰ ਪੁੱਛਣ ਲੱਗੀਆਂ, ਤੂੰ ਵੀ ਕੁਛ ਬੋਲ। ਉਸ ਨੇ ਕਿਹਾ, ਤੁਸੀਂ ਸੱਚ ਕਿਹਾ ਹੈ, ਪਿਤਾ ਜੀ ਬੜੇ ਦਾਤਾ ਹਨ, ਪਰ ਪਿਤਾ ਜੀ ਦਾ ਦਾਤਾ ਪ੍ਰਭੂ ਹੈ। ਸਭ ਨੂੰ ਉਹ ਦੇ ਤੇ ਪਾਲ ਰਿਹਾ ਹੈ। ਜੇ ਉਹ ਨਾ ਦੇਵੇ ਤਾਂ ਪਿਤਾ ਜੀ ਕੁਛ ਨਹੀਂ ਦੇ ਸਕਦੇ। ਸੋ ਅਸਲ ਦਾਤਾ ਉਹੀ ਹੈ। ਭੈਣਾਂ ਨੂੰ ਗੁੱਸਾ ਲੱਗਾ ਤੇ ਉਹਨਾਂ ਨੇ ਪਿਤਾ ਜੀ ਨੂੰ ਵੱਧ ਘੱਟ ਗੱਲਾਂ ਕਰਕੇ ਪੁਤਲਾ ਦਿੱਤਾ। ਪਿਤਾ ਨੇ ਬੁਲਾ ਕੇ ਪੁੱਛਿਆ ਤਾਂ ਕਾਕੀ ਨੇ ਉਹ ਗੱਲ ਕਹਿ ਸੁਣਾਈ ਕਿ ਸਭ ਦਾ ਦਾਤਾ ਭਗਵਾਨ ਹੈ, ਉਹੀ ਮਾਲਕ ਬਾਲਕ ਹੈ। ਪਿਤਾ ਜੀ ਉਹ ਆਪ ਦਾ ਦਾਤਾ ਉਹੀ ਹੈ। ਪਿਤਾ ਨੇ ਕਿਹਾ, ਜੇ ਮੈਂ ਤੈਨੂੰ ਕੰਗਾਲ ਨਾਲ ਵਿਆਹ ਦਿਆਂ ਤੇ ਕੁਛ ਨਾ ਦਿਆਂ ਤਾਂ ਦੇਖਾਂ ਰਾਮ ਤੇਰੇ ਵਾਸਤੇ ਦਾਜ ਦੇਣ ਲੈ ਆਵੇਗਾ। ਕਾਕੀ ਨੇ ਮੂੰਹ ਨੀਵਾਂ ਪਾ ਲਿਆ ਤੇ ਉਹ ਪਦ ਆਖੇ ਕਿ ਸਭ ਦਾਤਿਆਂ ਦਾ ਦਾਤਾ ਉਹੀ ਹੈ। ਬਾਕੀ ਭੈਣਾਂ ਨੇ ਆਖਿਆ, ਪਿਤਾ ਜੀ ਸਾਡੇ ਦਾਤਾ ਤੁਸੀਂ ਹੋ, ਪ੍ਰਤੱਖ ਦੇ ਰਹੇ ਹੋ ਦਾਤਾਂ ਹਰ ਪ੍ਰਕਾਰ ਦੀਆਂ। ਗੱਲ ਕੀ ਗੁੱਸੇ ਨਾਲ ਭਰੇ ਹੈਂਕੜੀ ਪਿਤਾ ਨੇ ਆਪਣੇ ਬਰਾਦਰੀ ਦੇ ਕੰਗਾਲ ਆਦਮੀ ਨੂੰ ਲੱਭ ਕੇ ਉਸ ਨਾਲ, ਜੋ ਸਰੀਰ ਕਰਕੇ ਰੋਗੀ ਸੀ, ਧੀ ਨੂੰ ਵਿਆਹ ਦਿੱਤਾ ਤੇ ਦਾਜ ਦੇਣ ਕੁਛ ਨਾ ਦਿੱਤਾ। ਦ੍ਰਿੜ ਧਰਮ ਬੀਬੀ ਇਸ ਹੋਣੀ ਨੂੰ ਸਿਰ ਤੇ ਧਰ ਕੇ ਅਪਾਜ ਪਤੀ ਨਾਲ ਟੁਰ ਗਈ। ਇਸ ਪਤੀ ਨੂੰ ਕੋੜ੍ਹ ਦੀ ਬਿਮਾਰੀ ਫੁੱਟ ਰਹੀ ਸੀ, ਜੋ ਦਿਨੋਂ ਦਿਨ ਵੱਧਦੀ ਗਈ। ਕਾਕੀ ਨੂੰ ਫੇਰ ਇਹ ਜੀਵਨ ਅਖਤਿਆਰ ਕਰਨਾ ਪਿਆ ਕਿ ਪਤੀ ਨੂੰ ਲੈ ਕੇ ਇੱਕ ਖਾਰੀ ਵਿੱਚ ਬਿਠਾ ਕੇ ਚਾਈ ਫਿਰਦੀ ਪਿੰਡਾਂ ਜਾਂ ਨਗਰਾਂ ਦੀਆਂ ਗਲੀਆਂ ਵਿੱਚ ਜਾ ਕੇ ਟੁੱਕਰ ਮੰਗ ਲਿਆਵੇ। ਇਸ ਤਰ੍ਹਾਂ ਫਿਰਦੇ ਪਤੀ ਨੇ ਕਿਹਾ ਕਿ ਭਗਵਾਨ ਨੇ ਐਵੇਂ ਨਾ ਪਈ ਘੁੰਮ, ਚੱਲ ਤੀਰਥਾਂ ਨੂੰ ਚੱਲ, ਸਹਿਜੇ ਸਹਿਜੇ ਕਦੇ ਮੰਗਦੇ ਪਿੰਨਦੇ ਪਹੁੰਚ ਕੇ ਕੁਛ ਇਸ਼ਨਾਨ ਕਰਕੇ ਪਾਪ ਕੱਟੇ ਜਾਣ ਤਾਂ ਅਗਲਾ ਜਨਮ ਸੰਵਰੇ। ਇਹ ਸਲਾਹ ਕਰਕੇ ਬੀਬੀ ਖਾਰੀ ਚਾਈ ਮੰਗਦੀ ਪਿੰਨਦੀ ਗੁਰੂ ਕੇ ਚੱਕ ਆ ਗਈ। ਨਗਰੀ ਤੋਂ ਦੂਰ ਥਾਂ ਜਿੱਥੇ ਅੱਜ ਕੱਲ੍ਹ ਦਰਬਾਰ ਸਾਹਿਬ ਵਿੱਚ ਦੁੱਖ ਭੰਜਨੀ ਦੀ ਬੇਰ ਹੈ, ਇੱਥੇ ਕੋਈ ਵਾਰ ਸੋਹਣੀ ਛਾਂ ਦੇਖ ਕੇ ਥੋੜ੍ਹੀ ਥਾਂ ਤੇ ਖੜੇ ਜਲ ਨੂੰ ਤੇ ਉਸ ਵੇਲੇ ਵਹਿ ਰਹੀ ਸਮੀਰ ਨੂੰ ਤੱਕ ਕੇ ਪਤੀ ਦੀ ਖਾਰੀ ਨੂੰ ਜਲ ਕਿਨਾਰੇ ਛੋੜ ਗਈ ਤੇ ਆਪ ਰੋਟੀ ਮੰਗਣ ਪਿੰਡ ਨੂੰ ਚਲੀ ਗਈ। ਜਦ ਮੁੜ ਕੇ ਆਈ ਤਾਂ ਕੀ ਦੇਖੇ ਕਿ ਖਾਰਾ ਮੁੱਧਾ ਪਿਆ ਹੈ। ਉੱਥੇ ਇੱਕ ਨਵਾਂ ਨਰੋਆ ਆਦਮੀ ਬੈਠਾ ਦੇਖ ਕੇ ਘਬਰਾ ਗਈ ਤੇ ਸਮਝੀ ਕਿ ਕਿਸੇ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਤੇ ਮੈਨੂੰ ਕਾਬੂ ਕਰਨ ਦੇ ਲਾਲਚ ਵਿੱਚ ਇੱਥੇ ਬੈਠਾ ਹੈ। ਝਿੜਕ ਕੇ ਬੋਲੀ, ਤੂੰ ਕੌਣ ਹੈ? ਉਸ ਨੇ ਕਿਹਾ, ਤੇਰਾ ਪਤੀ ਹਾਂ। ਗੱਲ ਕੀ? ਉਹ ਵਿਥਿਆ ਸੁਣਾਵੇ, ਸਹੁੰ ਸੁਗੰਧਾ ਖਾਵੇ। ਬੀਬੀ ਵਧੇਰੇ ਗੁੱਸੇ ਹੁੰਦੀ ਜਾਵੇ। ਕੋਈ ਸਿਆਣੇ ਕੋਲੋਂ ਲੰਘ ਪਏ। ਉਹਨਾਂ ਸਾਰੀ ਗੱਲ ਸੁਣੀ ਤੇ ਕਿਹਾ, ਕਿਉਂ ਲੜਦੇ ਹੋ? ਸ੍ਰੀ ਗੁਰੂ ਰਾਮਦਾਸ ਜੀ ਦੇ ਨੇੜੇ ਹੀ ਹਨ, ਉਹ ਅੰਤਰਜਾਮੀ ਹਨ, ਉਹਨਾਂ ਕੋਲ ਚੱਲੋ, ਧਰਮ ਨਿਆਂ ਕਰ ਦੇਣਗੇ। ਭਾਈ ਗੁਰਦਾਸ ਜੀ ਵਾਕਿਆ ਪੰਜਵੇਂ ਸਤਿਗੁਰਾਂ ਦਾ ਸਮੇਂ ਦਾ ਵੀ ਦਿੰਦੇ ਹਨ। ਦੱਸਦੇ ਹਨ ਕਿ ਪੰਜਵੇਂ ਗੁਰੂ ਜੀ ਸੰਤੋਖ ਸਰ ਪਟਵਾ ਰਹੇ ਸਨ, ਜਦੋਂ ਕਿ ਇਹ ਵਾਕਿਆ ਕੁਸ਼ਤੀ ਦੇ ਰਾਜ਼ੀ ਹੋਣ ਦਾ ਨਿਆਂ ਲਈ ਉਹਨਾਂ ਕੋਲ ਪੁੱਜਾ। ਪਰ ਭਾਈ ਗੁਰਦਾਸ ਜੀ ਦੀ ਉਗਾਹੀ ਨਾਲ ਦੱਸ ਆਏ ਹਾਂ ਕਿ ਸਾਰਾ ਥਲਾ ਅੰਮ੍ਰਿਤ ਸਰੋਵਰ ਸ੍ਰੀ ਗੁਰੂ ਰਾਮਦਾਸ ਜੀ ਨੇ ਆਪ ਪਟਵਾ ਲਿਆ ਸੀ। ਸੋ ਵਾਕਿਆ ਚੌਥੇ ਸਾਹਿਬਾਂ ਵੇਲੇ ਹੋਇਆ ਠੀਕ ਮੰਨਣਾ ਪੈਂਦਾ ਹੈ। ਸੋ ਦੋਵੇਂ ਸਾਹਿਬਾਂ ਪਾਸ ਆਏ। ਤ੍ਰੀਮਤ ਨੇ ਪਹਿਲੀ ਸਾਰੀ ਵਿਥਿਆ ਪੇਕੇ ਘਰ ਤੋਂ ਲੈ ਕੇ ਜਲ ਕਿਨਾਰੇ ਖਾਰੀ ਰੱਖਣ ਤੱਕ ਦੀ ਸੁਣਾਈ। ਫਿਰ ਮਰਦ ਨੇ ਕਿਹਾ,
ਜਦ ਭਿੱਖਿਆ ਮੰਗਣ ਚਲੀ ਗਈ ਤਾਂ ਮੈਂ ਡਿੱਠਾ ਕਿ ਇੱਕ ਤਿਹਾਇਆ ਕਾਂ ਆਇਆ। ਮੈਂ ਖਾਰੀ ਵਿੱਚ ਛਪੜੀ ਕਿਨਾਰੇ ਬੈਠਾ ਸਾਂ। ਉੱਥੇ ਆ ਕੇ ਉਹ ਕਾਂ ਹੇਠਾਂ ਨੂੰ ਉਤਰਿਆ ਤੇ ਛਪੜੀ ਤੇ ਜਾ ਕੇ ਉਸ ਨੇ ਚੁੰਝ ਭਰ ਭਰ ਪਾਣੀ ਪੀਤਾ। ਫਿਰ ਟੁਬਕੀ ਲਾਈ। ਉਸ ਮੇਰੇ ਦੇਖਦੇ ਉਹ ਚਿੱਟਾ ਹੋ ਗਿਆ, ਜਿਵੇਂ ਕਿ ਹੰਸ ਹੁੰਦਾ ਹੈ। ਫਿਰ ਉਹ ਚਿੱਟਾ ਹੋ ਗਿਆ। ਮੈਂ ਤੱਕਦਾ ਰਿਹਾ। ਤੱਕਦੇ ਤੱਕਦੇ ਮੈਨੂੰ ਸੋਚ ਫੁਰੀ ਕਿ ਇਹ ਥਾਂ ਤੇ ਜਲ ਤਾਂ ਸ਼ਕਤੀ ਵਾਲਾ ਹੈ, ਕਿਉਂ ਨਾ ਮੈਂ ਵੀ ਨਾਵਾਂ। ਪਰ ਇਕੱਲਾ ਹੇਠਾਂ ਪਹੁੰਚਾਂ ਕਿਵੇਂ ਤੇ ਸੰਭਲਾਂ ਕਿਵੇਂ। ਫਿਰ ਮੈਂ ਸੋਚਿਆ, ਰਿੜ ਹੀ ਪਵਾਂ। ਜੇ ਸ਼ਕਤੀ ਦੀ ਥਾਂ ਹੈ ਤੇ ਵੇਲਾ ਪੁਰਬੀ ਦਾ ਹੈ ਤਾਂ ਮੈਂ ਵੀ ਰਾਜ਼ੀ ਹੋ ਜਾਸਾਂ। ਜੇ ਉਡੀਕ ਕਰਾਂ ਵਹੁਟੀ ਦੀ ਤਾਂ ਖਬਰੇ ਪੁਰਬੀ ਦਾ ਸਮਾਂ ਬੀਤ ਜਾਵੇ। ਸੋ ਉੱਤਰ ਪਵਾਂ, ਤੇ ਜੇ ਜਲ ਡੂੰਘਾ ਹੈ ਤਾਂ ਮੈਂ ਸੰਭਲ ਨਾ ਸਕਿਆ ਤੇ ਡੁੱਬ ਗਿਆ ਤਾਂ ਵੀ ਭਲਾ ਹੈ। ਮੇਰੀ ਜੂਨ ਛੁੱਟੂ ਤੇ ਮੇਰੀ ਇਸਤਰੀ ਦੇ ਪਾਪ ਕੱਟੇ ਜਾਣਗੇ। ਉਹ ਮੇਰੀ ਸੇਵਾ ਤੋਂ ਖਲਾਸੀ ਪਾ ਕੇ ਕਿਤੇ ਭਜਨ ਕਰਕੇ ਦਿਨ ਗੁਜ਼ਾਰ ਲੈ ਸੀ। ਸੋ ਮੈਂ ਰਿੜਖੁੜ ਬੁਰੇ ਹਾਲੀ ਜਲ ਦੇ ਪਾਸ ਜਾ ਪਹੁੰਚਾ ਤੇ 2 ਘੁੱਟ ਜਲ ਦੇ ਭਰ ਕੇ ਆਪ ਨੂੰ ਜਲ ਵਿੱਚ ਸੁੱਟ ਕੱਤਿਆ। ਡੁਬਕੀ ਲੱਗਦਿਆਂ ਹੀ 2 ਘੁੱਟ ਪੀਂਦਿਆਂ ਮੇਰਾ ਰੋਗ ਦੂਰ ਹੋਣ ਲੱਗ ਗਿਆ। ਤਾਂ ਮੈਂ ਸਾਵਧਾਨ ਨਵਾਂ ਨਰੋਆ ਜਲ ਵਿੱਚੋਂ ਨਿਕਲ ਆਇਆ ਤੇ ਇਸ ਆਪਣੀ ਪਤੀਵਰਤ ਭਾਗਵਾਨ ਦੀ ਉਡੀਕ ਵਿੱਚ ਬੈਠ ਰਿਹਾ। ਹੁਣ ਮੇਰੇ ਭਾਗ ਸਤਿਗੁਰੂ ਜੀ ਦੇਖੋ, ਇਹ ਅਮੰਨਾ ਹੀ ਨਹੀਂ ਕਰਦੀ। ਸਤਿਗੁਰੂ ਜੀ ਨੇ ਬੀਬੀ ਨੂੰ ਕਿਹਾ, ਇਹ ਤੇਰਾ ਪਤੀ ਹੀ ਹੈ। ਦੇਖ, ਇਸ ਦੀ ਇੱਕ ਉਂਗਲ ਹੱਥ ਦੀ ਉਸ ਵੇਲੇ ਨਹੀਂ ਸੀ ਭਿੱਜੀ। ਉਸ ਪਰ ਅਜੇ ਰੋਗ ਹੈ। ਦੇਖ ਅਰ ਪਰਖ। ਬੀਬੀ ਨੇ ਡਿੱਠਾ। ਠੀਕ ਉਂਗਲ ਤੇ ਰੋਗ ਉਸੇ ਤਰ੍ਹਾਂ ਹੈ ਸੀ। ਤਦ ਸਾਹਿਬ ਦੋਹਾਂ ਨੂੰ ਨਾਲ ਲੈ ਕੇ ਸੰਗਤ ਸਮੇਤ ਤੁਰ ਪਏ। ਥਾਂ ਨੇੜੇ ਹੀ ਸੀ। ਜਲ ਦੇ ਕੋਲ ਜਾ ਕੇ ਆਪ ਨੇ ਕਿਹਾ, ਲੈ ਬਈ ਆਪਣੀ ਉਂਗਲ ਜਲ ਵਿੱਚ ਪਾ। ਜਦ ਜਲ ਵਿੱਚ ਡੋਬ ਕੇ ਕੱਢੀ ਤਾਂ ਉਹ ਵੀ ਅਰੋਗ ਹੋ ਗਈ। ਹੁਣ ਇਸਤਰੀ ਨੂੰ ਇੱਕ ਤਾਂ ਪ੍ਰਤੱਖ ਸਬੂਤ ਮਿਲ ਗਿਆ, ਦੂਸਰੇ ਸਤਿਗੁਰਾਂ ਜੀ ਨੇ ਫਰਮਾ ਦਿੱਤਾ ਕਿ ਇਹ ਤੇਰਾ ਪਤੀ ਹੈ। ਇਹ ਥਾਂ, ਇਹ ਕੌਤਕ ਸਾਡੇ ਸਤਿਗੁਰਾਂ ਨੇ ਵਰਤਾਇਆ ਏ ਤਾਂ ਕਿ ਜਗਤ ਨੂੰ ਪਤਾ ਲੱਗ ਜਾਵੇ ਕਿ ਇਹ ਥਾਂ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ ਤੇ ਦੱਸ ਗਏ ਸਨ ਕਿ ਇਹ ਟਿਕਾਣਾ ਹਰੀ ਭਜਨ ਦਾ ਹਰੀ ਮੰਦਰ ਹੋਵੇਗਾ। ਉਹ ਥਾਂ ਹੈ ਜਿੱਥੇ ਸ੍ਰੀ ਗੁਰੂ ਅਮਰਦਾਸ ਜੀ ਦੇ ਹੁਕਮ ਵਿੱਚ ਅਸਾਂ ਕਦੇ ਕੁਛ ਮਿੱਟੀ ਪਟਵਾਈ ਸੀ ਤੇ ਜੋ ਕੁਛ ਰੁੜ ਕੇ ਵਿੱਚ ਥਾਂ ਪਈ ਸੀ। ਇਹੋ ਥਾਂ ਹੈ ਜਿਸ ਨੂੰ ਅਸੀਂ ਤਾਂ ਪਛਾਣਦੇ ਹਾਂ, ਪਰ ਅੱਜ ਸਾਰੇ ਲੋਕ ਵੀ ਅਮੰਨਾ ਕਰ ਗਏ ਕਿ ਇਹੋ ਥਾਂ ਹੈ। ਹੁਣ ਉਸ ਮਰਦ ਤੇ ਪਤੀਵ੍ਰਤਾ ਨੇ ਚਰਨ ਸ਼ਰਨ ਲਈ ਨਾਮ ਪ੍ਰਾਪਤ ਹੋ ਕੇ ਸਿੱਖੀ ਧਾਰਨ ਕਰਕੇ ਸੇਵਾ ਵਿੱਚ ਲੱਗ ਪਏ। ਇਹ ਸਾਰੀ ਵਾਰਤਾ ਸੁਣ ਸਮਝ ਕੇ ਬੀਬੀ ਦੇ ਪਿਤਾ ਨੇ ਵੀ ਸ਼ਰਨ ਲਈ ਤੇ ਸਿੱਖੀ ਧਾਰਨ ਕੀਤੀ। ਅੰਤ ਘਰ ਨਰੀਨਾ ਔਲਾਦ ਪੁੱਤਰ ਨਾ ਹੋਣ ਕਰਕੇ ਇਸ ਦੇ ਪਤੀ ਨੂੰ ਮਤਮੰਨਾ ਕਰ ਲਿਆ। ਜਿਸ ਥਾਂ ਇਹ ਕੌਤਕ ਵਰਤਿਆ ਸੀ ਉਸ ਦਾ ਨਾਮ ਸ੍ਰੀ ਗੁਰੂ ਜੀ ਨੇ ਦੁੱਖ ਭੰਜਨੀ ਰੱਖਿਆ, ਜੋ ਨਾਮ ਤੇ ਟਿਕਾਣਾ ਅੱਜ ਤੱਕ ਕਾਇਮ ਹੈ। ਇੱਥੇ ਅਨੇਕਾਂ ਲੋਕ ਸ਼ਰਧਾ ਨਾਲ ਇਸ਼ਨਾਨ ਕਰਕੇ ਵੱਲ ਹੋਏ ਤੇ ਉਹਨਾਂ ਦੇ ਆਪ ਦੱਸੇ ਹਾਲ ਲੋਕਾਂ ਨੇ ਸੁਣੇ ਵੇਖੇ ਹਨ। ਉਸ ਸਮੇਂ ਗੁਰੂ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ ਜਿਸ ਦੀ ਉਥਾਨਕਾ ਇਹ ਦੱਸੀ ਦੀ ਹੈ। ਸ਼ਬਦ ਜੋ ਉਚਾਰ ਹੋਇਆ ਇਹ ਹੈ, ਗੁਜਰੀ ਮਹੱਲਾ ਚੌਥਾ। ਗੋਬਿੰਦ ਗੋਬਿੰਦ ਪ੍ਰੀਤਮ ਮਨ ਪ੍ਰੀਤਮ ਮਿਲ ਸਤ ਸੰਗਤ ਸ਼ਬਦ ਮਨ ਮੋਹੈ। ਜਪ ਗੋਬਿੰਦ ਗੋਬਿੰਦ ਧਿਆਈਐ ਸਭ ਕੋ ਦਾਨ ਦੇ ਪ੍ਰਭ ਉਹ ਹੈ। ਮੇਰੇ ਭਾਈ ਜਨ ਮੋਕੋ ਗੋਬਿੰਦ 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 ਮਨ ਮੋਹੈ। ਗੋਬਿੰਦ 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 ਗੁਣ ਗਾਵਾਂ ਮਿਲ ਗੁਰ ਸਾਧ ਸੰਗਤ ਜਨ ਸੋ ਹੈ। ਰਹਾਉ ਸੁਖ ਸਾਗਰ ਹਰ ਭਗਤ ਹੈ ਗੁਰਮਤਿ ਕੌਲਾ ਰਿੱਧ ਸਿੱਧ ਲਾਗੈ ਭਗ ਉਹ ਹੈ। ਜਨ ਕੋ ਰਾਮ ਨਾਮ ਆਧਾਰਾ ਹਰ ਨਾਮ ਜਪਤ ਹਰ ਨਾਮੇ ਸੋ ਹੈ। ਦੁਰਮਤ ਭਾਗਹੀਣ ਮਤ ਫੀਕੇ ਨਾਮ ਸੁਨਤ ਆਵੈ ਮਨ ਰੋਹੈ। ਕਊਆ ਕਾ ਕੋ ਅੰਮ੍ਰਿਤ ਰਸ ਪਾਈਐ ਤ੍ਰਿਪਤੈ ਵਿਸ਼ਟਾ ਖਾਏ ਮੁਖ ਗੋਹੈ। ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋਹੈ। ਨਾਨਕ ਧਨ ਧਨ ਵੱਡੇ ਵੱਡ ਭਾਗੀ।
ਜਿਨ ਗੁਰਮਤਿ ਨਾਮ ਹਿਰਦੈ ਮਲ ਧੋਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਨੌਵੀਂ। ਪੂਰਨ ਤਾਲ ਖਟਾਇਆ। ਇਸ ਤੋਂ ਪਿੱਛੋਂ ਤਾਲ ਦੀ ਸੇਵਾ ਹੁਣ ਬੜੇ ਜ਼ੋਰਾਂ ਨਾਲ ਆਰੰਭ ਹੋਈ। ਇੱਥੋਂ ਤਾਈਂ ਕਿ ਸਰੋਵਰ ਕਾ ਸਾਰਾ ਖੁੱਦ ਗਿਆ। ਇਸ ਗੱਲ ਦੀ ਉਗਾਹੀ ਭਾਈ ਗੁਰਦਾਸ ਜੀ ਤੋਂ ਮਿਲਦੀ ਹੈ, ਜੋ ਲਿਖਦੇ ਹਨ, ਦਿਚੈ ਪੂਰਬ ਦੇ ਦੇਵਣਾ, ਜਿਸ ਦੀ ਵਸਤ ਤਿਸੈ ਕਰ ਆਵੈ, ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ, ਅੰਮ੍ਰਿਤ ਸਰ ਵਿੱਚ ਜੋਤ ਜਗਾਵੈ, ਉਲਟਾ ਖੇਲ ਕਸਮ ਦਾ, ਉਲਟੀ ਗੰਗ ਸਮੁੰਦ ਸਮਾਵੈ। ਦਿੱਤਾ ਲਈਐ ਆਪਣਾ, ਅਣ ਦਿੱਤਾ ਕਛ ਹੱਥ ਨ ਆਵੈ, ਫਿਰ ਆਈ ਕਰ ਅਰਜਨੇ, ਪੁੱਤ ਸੰਸਾਰੀ ਗੁਰੂ ਕਹਾਵੈ। ਜਾਣ ਨ ਦੇਸਾਂ ਸੋਢਿਓ, ਹੋਰਸ ਅਜਰ ਨ ਜਰਿਆ ਜਾਵੈ, ਘਰ ਹੀ ਕੀ ਵਤ ਕਰੈ ਰਹਾਵੈ। ਵਾਰ ਪਹਿਲੀ। ਇਸ ਪੌੜੀ ਨੂੰ ਕੋਖਿਆਂ ਸਮਝ ਪੈਂਦੀ ਹੈ ਕਿ ਤਾਲ ਪੂਰਾ ਖੁਦ ਗਿਆ ਸੀ ਤੇ ਤਾਲ ਦੇ ਵਿੱਚ ਕਾਹੇ ਥੜੇ ਵਾਂਗੂ ਜਗ੍ਹਾ ਤੇ ਉਸ ਤੱਕ ਰਸਤਾ ਰੱਖ ਲਿਆ ਗਿਆ ਸੀ, ਕਿਉਂਕਿ ਤਦੋਂ ਅੰਮ੍ਰਿਤਸਰ ਇਸ ਸਰੋਵਰ ਦਾ ਨਾਮ ਸੀ, ਸ਼ਹਿਰ ਦਾ ਨਾਮ ਨਹੀਂ ਸੀ। ਕਿਉਂਕਿ ਤਦੋਂ ਅੰਮ੍ਰਿਤਸਰ ਇਸ ਸਰੋਵਰ ਦਾ ਨਾਮ ਸੀ, ਸ਼ਹਿਰ ਦਾ ਨਾਮ ਨਹੀਂ ਸੀ। ਇਸ ਤਾਲ ਵਿੱਚ ਜੋਤ ਜਗਾਉਣ ਦਾ ਮਤਲਬ ਹੈ ਕਿ ਇਸ ਦੇ ਵਿੱਚ ਬੈਠ ਕੇ ਆਪ ਸਤਸੰਗ ਲਾਉਂਦੇ ਸਨ। ਜਿੱਥੇ ਹੁਣ ਹਰਿਮੰਦਰ ਹੈ, ਇੱਥੇ ਸ੍ਰੀ ਗੁਰੂ ਰਾਮਦਾਸ ਜੀ ਨੇ ਚਾਹੋ ਇੱਕ ਸੋਹਣਾ ਮੰਡਪ, ਚਾਹੋ ਆਰਜ਼ੀ ਮੰਦਰ ਸਾਜ ਲਿਆ ਸੀ। ਉੱਥੇ ਦੀਵਾਨ ਸਜਦੇ ਤੇ ਕਥਾ ਕੀਰਤਨ ਸਤਸੰਗ ਹੁੰਦੇ ਸਨ। ਨਿਰੇ ਜਲ ਵਿੱਚ ਤਾਂ ਬੈਠ ਕੇ ਜੋਤ ਨਹੀਂ ਜਗਾਈ ਜਾਂਦੀ। ਜੋ ਨਗਰੀ ਵਸਾਈ ਤੇ ਵਸਾਈ ਜਾ ਰਹੀ ਸੀ, ਉਸ ਦਾ ਨਾਮ ਗੁਰੂ ਕਾ ਚੱਕ ਤੇ ਰਾਮਦਾਸਪੁਰਾ ਤਦੋਂ ਲੈਂਦੇ ਸਨ, ਅਤੇ ਅੰਮ੍ਰਿਤਸਰ ਤੇ ਰਾਮਦਾਸਸਰ ਸਰੋਵਰ ਦਾ ਨਾਮ ਸੀ ਯਥਾ। ਵਸਦੀ ਸਗਨ ਅਪਾਰ, ਅਨੂਪ ਰਾਮਦਾਸਪੁਰ, ਹਰਿ ਨਾਨਕ ਕਸ ਮਲ ਜਾਏ, ਨਾਇ ਰਾਮਦਾਸ ਸਰ। ਸੋ ਗੁਰੂ ਅਮਰਦਾਸ ਜੀ ਨੇ ਖੁਦ ਅਨੂਪ ਰਾਮਦਾਸਪੁਰ ਅਤੇ ਰਾਮਦਾਸਸਰ ਆਖਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 10ਵੀਂ। ਬਾਬਾ ਸ੍ਰੀ ਚੰਦ ਜੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਗਰੋਂ ਦੋ ਗੁਰੂ ਸਾਹਿਬ ਸੱਚਖੰਡ ਪਿਆਨੇ ਕਰ ਚੁੱਕੇ ਹਨ। ਹੁਣ ਚੌਥੇ ਸਾਹਿਬ ਗੱਦੀ ਪਰ ਹਨ। ਵਿੱਚ ਦੋ ਗੁਰੂ ਸਾਹਿਬਾਂ ਦਾ ਸਮਾਂ ਲੰਘ ਚੁੱਕਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਸ੍ਰੀ ਚੰਦ ਜੀ ਨੇ ਵਿਚਾਰ ਕੀਤੀ ਕਿ ਚਲੋ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰੀਏ, ਜੋ ਹੁਣ ਪਿਤਾ ਗੁਰੂ ਜੀ ਦੀ ਚੌਥੀ ਥਾਵੇਂ ਗੱਦੀ ਨਸ਼ੀਨ ਹੋਏ ਹਨ। ਤੇ ਉਹਨਾਂ ਦੀ ਕੀਤੀ ਆਗਿਆ ਅਨੁਸਾਰ ਹੁਣ ਆਪ ਨੇ ਅੰਮ੍ਰਿਤ ਸਰੋਵਰ ਖੁਣ ਲਿੱਤਾ ਹੈ ਤੇ ਰੌਣਕਾਂ ਲੱਗ ਰਹੀਆਂ ਹਨ। ਸੋ ਆਪ ਜੀ ਰਾਮਦਾਸਪੁਰੇ ਆਏ। ਸ੍ਰੀ ਗੁਰੂ ਜੀ ਨੇ ਆਪਣੇ ਪਰ ਪਿਤਾਮਾ ਗੁਰੂ ਦੇ ਸਾਹਿਬਜ਼ਾਦੇ ਜਾਣ ਕੇ ਅੱਗੋਂ ਆਦਰ ਨਾਲ ਲੈ ਆਂਦਾ ਤੇ ਸੋਹਣੇ ਘਰ ਵਿੱਚ ਨਿਵਾਸ ਦਿੱਤਾ। ਲੌਡੇ ਪਹਿਰ ਜਦ ਦੀਵਾਨ ਸਜਿਆ, ਰਬਾਬੀਆਂ ਨੇ ਆ ਕੇ ਕੀਰਤਨ ਕੀਤਾ, ਆਨੰਦ ਮੰਗਲ ਚਾਰ ਹੋਏ। ਸ੍ਰੀ ਚੰਦ ਜੀ ਦੀ ਕੰਨੀ ਵੀ ਦੂਸਰੀ, ਤੀਸਰੀ, ਚੌਥੀ ਪਾਤਸ਼ਾਹੀ ਦੇ ਸ਼ਬਦ ਪਏ। ਤਦ ਗਦ ਹੋ ਗਏ ਕਿ ਮੇਰੇ ਪਿਤਾ ਜੀ ਦੇ ਚੁਣੇ ਨਿਵਾਜੇ ਤੇ ਦਾਤਾਂ ਨਾਲ ਵਰੋਸਾਏ ਗੱਦੀ ਨਸ਼ੀਨ ਬਾਣੀ ਵੀ ਮੇਰੇ ਹੀ ਪਿਤਾ ਵਰਗੀ ਇਲਾਹੀ ਰੰਗ ਰੰਗੀ ਉਚਾਰਦੇ ਰਹੇ ਹਨ। ਖੁਸ਼ ਹੋਏ ਕਿ ਪਿਤਾ ਜੀ ਜੋ ਕੁਝ ਕਰ ਗਏ ਸਨ, ਇਹੋ ਠੀਕ ਸੀ। ਫਿਰ ਜੀ ਵਿੱਚ ਆਈ ਕਿ ਸਾਰੀ ਗਰੀਬੀ ਗੁਰੂ ਨਾਨਕ ਸਾਹਿਬ ਵਿੱਚ ਸੀ। ਦੇਖੀਏ ਉਹ ਸ਼ੈ ਇਸ ਚੌਥੇ ਗੱਦੀ ਨਸ਼ੀਨ ਵਿੱਚ ਹੈ ਕਿ ਨਹੀਂ। ਤਦ ਬਿਲਾਸ ਨਾਲ ਪੁੱਛਣ ਲੱਗੇ, ਸੁਣਾਓ ਜੀਓ ਜੀ, ਦਾੜਾ ਕਿਉਂ ਇਤਨਾ ਲੰਮਾ ਕੀਤਾ ਨੇ। ਤਾਂ ਨਿਮਰਤਾ ਦੇ ਰੂਪ ਸ੍ਰੀ ਗੁਰੂ ਰਾਮਦਾਸ ਜੀ ਬੋਲੇ, ਆਪ ਜੈਸੇ ਸਤਪੁਰਖਾਂ ਦੇ ਚਰਨ ਝਾੜਨੇ ਵਾਸਤੇ। ਇਹ ਸੁਣਦੇ ਹੀ ਸ੍ਰੀ ਚੰਦ ਜੀ ਨੇ ਆਖਿਆ, ਧੰਨ ਹੋ ਆਪ, ਧੰਨ ਹੋ, ਤੁਸੀਂ ਪਿਤਾ ਗੁਰੂ ਜੀ ਦੀ ਗੁਰਗੱਦੀ ਦੇ ਸਯੋਗ ਗੁਰੂ ਹੋ। ਹਾਂ, ਇਹੋ ਕਮਾਲ ਸ੍ਰੀ ਗੁਰੂ ਅੰਗਦ ਦੇਵ ਜੀ ਵਿੱਚ ਸੀ, ਇਹੋ ਤੁਸਾਂ ਵਿੱਚ ਹੈ।
ਇਸੇ ਕਮਾਲ ਨਾਲ ਸੁਸ਼ੋਭਿਤ ਹੋਏ ਹੋ। ਤੁਸੀਂ ਠੀਕ ਗੁਰੂ ਹੋ, ਤੁਸੀਂ ਧਨ ਹੋ, ਤੁਹਾਡੀ ਸਿੱਖੀ ਧਨ ਹੈ। ਜੈਸੇ ਕਿ ਲਿਖਿਆ ਹੈ, ਸ੍ਰੀ ਚੰਦ ਜੀ ਬੋਲੇ, ਤੁਮਰੀ ਮਹਿਮਾ ਅਦਕ ਹੈ, ਕਹੀਏ ਕਾਹੇ ਬਨਾਏ। ਤੁਮਰੇ ਸਰ ਮੈਂ ਜੋ ਮਜੈ, ਪਾਪੀ ਪੀਗਤ ਪਾਏ। ਸੂਰਜ ਪ੍ਰਕਾਸ਼, ਸਫਾ 1701। ਜਦ ਬਾਬਾ ਸ੍ਰੀ ਚੰਦ ਜੀ ਵਿਦਾ ਹੋਏ, ਤਦ ਸ੍ਰੀ ਗੁਰੂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਤੇ ਗੁਰੂ ਘਰ ਨਾਲ ਮਿਲਾਪ ਵਿੱਚ ਹੋ ਗਏ ਬਜ਼ੁਰਗ ਸਤਪੁਰਖ ਸਮਝ ਕੇ ਹੋਰ ਸਤਸੰਗ ਕੀਤਾ ਕਿ ਇੱਕ ਘੋੜਾ ਤੇ 500 ਰੁਪਈਆ ਵੀ ਦਿੱਤਾ। ਸ੍ਰੀ ਚੰਦ ਜੀ ਅਸੀਸਾਂ ਦਿੰਦੇ ਕਰਤਾਰਪੁਰ ਨੂੰ ਪਧਾਰ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਸਰੋਵਰ ਸਾਖੀ 11ਵੀਂ। ਜਾਪਦਾ ਹੈ ਕਿ ਇਸ ਸਮੇਂ ਦੇ ਲਗਭਗ ਸਰੋਵਰ ਦੀ ਘਟਨਾ ਹੋ ਗਈ ਸੀ, ਚਾਹੋ ਸਾਰਾ ਸਰੋਵਰ ਕੱਚਾ ਸੀ। ਜੈਸਾ ਕਿ ਪਿੱਛੇ ਭਾਈ ਗੁਰਦਾਸ ਜੀ ਦੇ ਵਾਕ ਤੋਂ ਦੱਸ ਆਏ ਹਾਂ ਕਿ ਸਰੋਵਰ ਪੂਰਨ ਖੱਟਿਆ ਜਾ ਚੁੱਕਾ ਸੀ ਤੇ ਵਿਚਾਲੇ ਇਸ ਸਰੋਵਰ ਅੰਮ੍ਰਿਤ ਸਰੋਵਰ ਦੇ ਜੋਤਾਂ ਜਗਦੀਆਂ ਸਨ। ਸੋ ਸਹੀ ਹੁੰਦਾ ਹੈ ਕਿ ਹਰਮੰਦਰ ਵਾਲੀ ਥਾਂ ਥੜੇ ਵਾਂਗੂ ਸਰੋਵਰ ਦੇ ਵਿਚਕਾਰ ਸੀ ਤੇ ਰਸਤਾ ਅਜੇ ਉਵੇਂ ਨਿਗਰ ਜ਼ਿਮੀ ਦਾ ਹੀ ਸੀ। ਪੁਲ ਦੀ ਸ਼ਕਲ ਨਾ ਸੀ। ਥੜਾ ਜਾਂ ਤਾਂ ਕਨਾਤਾਂ ਤੇ ਸ਼ਾਮਿਆਨਾਂ ਨਾਲ ਕੀਰਤਨ ਤੇ ਦੀਵਾਨ ਲਈ ਵਰਤੀਦਾ ਸੀ, ਜਾਂ ਕੋਈ ਮੰਡਪ ਦੀ ਸ਼ਕਲ ਦਾ ਆਰਜ਼ੀ ਸਾਏਦਾਰ ਤੇ ਸੁਹਾਵਣਾ ਮਕਾਨ ਸੀ ਜਿੱਥੇ ਦੀਵਾਨ ਸਜਦੇ ਸਨ ਤੇ ਸ੍ਰੀ ਗੁਰੂ ਜੀ ਆਪ ਬਿਰਾਜਦੇ ਸਨ। ਜੇ ਸਰੋਵਰ ਨਾ ਪੂਰਾ ਖੁਣ ਗਿਆ ਹੁੰਦਾ ਤਾਂ ਜਲ ਪੂਰਤ ਨਾ ਹੁੰਦਾ ਤਾਂ ਸ੍ਰੀ ਚੰਦ ਜੀ ਇਹ ਵਰ ਕਿਕੂ ਦਿੰਦੇ, ਤੁਮਰੇ ਸਰ ਮੈਂ ਜੇ ਮਜੈ, ਪਾਪੀ ਪੀਗਤ ਪਾਹੇ। ਭੱਟਾਂ ਦੇ ਸਵਈਏ ਵਿੱਚ ਵੀ ਇਸ ਪ੍ਰਕਾਰ ਦੇ ਵਾਕ ਆਉਂਦੇ ਹਨ। ਰਾਮਦਾਸ ਸਰ ਅਪਰ ਭਰੇ, ਅੰਮ੍ਰਿਤ ਸਰੋਵਰ ਸਦ ਭਰਿਆ। ਇਹਨਾਂ ਸਵਈਆਂ ਵਿੱਚ ਅੰਮ੍ਰਿਤ ਤੇ ਸਰੋਵਰ ਆਦਿ ਪਦ ਚਾਹੋ ਅੰਤਰੀਵ ਅਰਥਾਂ ਵਾਲੇ ਹਨ, ਪਰ ਸੰਭਾਵਨਾ ਹੁੰਦੀ ਹੈ ਅੰਮ੍ਰਿਤ ਦੇ ਪ੍ਰਤੱਖ ਰੂਪ ਤੋਂ ਭੱਟ ਜਨ ਧੁਨਿਆਤਮਕ ਇਸ਼ਾਰੇ ਆਪਣੇ ਸਵਈਆਂ ਵਿੱਚ ਕਰਨ ਲਈ ਪ੍ਰੇਰਿਤ ਹੁੰਦੇ ਹਨ। ਤਵਾਰੀਖ ਖਾਲਸਾ ਵਾਲੇ ਜੀਓ ਤਾਂ ਇਹ ਵੀ ਲਿਖਦੇ ਹਨ ਕਿ 5 ਹਾੜ 1645 ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਪੱਕੀਆਂ ਇੱਟਾਂ ਤਾਲ ਕਿਨਾਰੇ ਸੁਟਵਾ ਕੇ ਤਾਲ ਪੱਕਾ ਕਰਨ ਦਾ ਕਾਰਜ ਆਰੰਭ ਕਰ ਦਿੱਤਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 12ਵੀਂ। ਸਿੱਖਾਂ ਦਾ ਨਿਤਨੇਮ। ਇਹਨਾਂ ਦਿਨਾਂ ਵਿੱਚ ਹੀ ਸ੍ਰੀ ਗੁਰੂ ਜੀ ਨੇ ਸਭ ਸੰਗਤਾਂ ਦੀ ਅਗਵਾਨੀ ਲਈ ਇੱਕ ਸ਼ਲੋਕ ਰਚਿਆ। ਇਹ ਸ਼ਲੋਕ ਹਰ ਸਿੱਖ ਦੀ ਸੰਖੇਪ ਨਿਤ ਕਿਰਿਆ ਦਾ ਉਪਦੇਸ਼ ਬਣ ਕੇ ਸਾਰੀ ਸਿੱਖੀ ਵਿੱਚ ਪ੍ਰਵਿਰਤ ਹੋ ਗਿਆ। ਆਗਰੇ ਜਾਣ ਵੇਲੇ ਭਾਈ ਗੁਰਦਾਸ ਜੀ ਦੇ ਹੁੰਦਿਆਂ ਉਚਾਰ ਹੋ ਕੇ ਇਹ ਸ਼ਲੋਕ ਉਹਨਾਂ ਦੇ ਵੀ ਨਾਲ ਗਿਆਸਈ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਲੋਕ ਗੌੜੀ ਦੀ ਵਾਰ ਮਹੱਲਾ ਚੌਥਾ ਵਿੱਚ ਦਰਜ ਕੀਤਾ ਹੈ, ਜੋ 11ਵੀਂ ਪੌੜੀ ਵਿੱਚ ਹੈ ਤੇ ਪਾਠ ਇਉਂ ਹੈ। ਮਹੱਲਾ ਚੌਥਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਬਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ, ਤਿਸ ਗੁਰ ਸਿੱਖ ਕੀ। ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 13ਵੀਂ। ਮਸੰਦ। ਗੁਰੂ ਜੀ ਦੇ ਸਾਜੇ ਰਾਮਦਾਸਪੁਰੇ ਵਿੱਚ ਹੁਣ ਉਹ ਰੰਗ ਲੱਗ ਰਹੇ ਹਨ ਜੋ ਕਦੇ ਕਰਤਾਰਪੁਰ, ਕਦੇ ਖਡੂਰ, ਕਦੇ ਗੋਇੰਦਵਾਲ ਲੱਗਦੇ ਸਨ। ਸਤਿਗੁਰੂ ਜੀ ਉਪਦੇਸ਼ ਕਰਦੇ ਹਨ,
ਤੇ ਸਿੱਖ ਭਵਜਲ ਤਰਦੇ ਹਨ। ਜੈਸਾ ਕਿ ਲਿਖਿਆ ਹੈ, ਬਾਵਨ ਚੰਦਨ ਗੁਰ ਉਪਦੇਸ਼, ਜਨ ਮਨ ਤਰ ਬਨ ਗੰਧ ਵਿਸ਼ੇਸ਼। ਗੁਰ ਕੰਤੇ ਬਰ ਮੁਦਨ ਪਾਏ, ਚਾਤ੍ਰਿਕ ਸਿੱਖ ਸੁਨ ਪੀ ਤ੍ਰਿਪਤਾਏ। ਕਿਨਹੂ ਸਿੱਧਾਂ ਲਈ ਅਠਾਰੈ, को आत्म को रूप विचारै। को प्रभु सिमरन के अनुरागी, को दर्शन हर चहे बड़ भागी। विषय विराग किन्हू के होवा, किन्हू सुख निज अंतर जोवा। परम मोह संसे त्रै ताप, सब संगत कै खाप कलाप। करें सबन पर कृपा कृपाल, बंधन काट दए तत्काल। ਇਉਂ ਜਗਤ ਉਦਾਹਰਨਾ ਹੋ ਰਹੀ ਸੀ। ਦੂਜੇ ਪਾਸੇ ਸ੍ਰੀ ਗੁਰੂ ਜੀ ਆਪਣੇ ਪੰਥ ਲਈ ਪੱਕਾ ਕੇਂਦਰੀ ਮੰਦਰ ਸਥਾਪਨ ਕਰਨ ਦੇ ਯਤਨ ਵਿੱਚ ਸਨ, ਜਿਸ ਲਈ ਕਿ ਸ੍ਰੀ ਗੁਰੂ ਅਮਰਦਾਸ ਜੀ ਤਾਕੀਦ ਕਰ ਗਏ ਹੋਏ ਸਨ। ਸੋ ਤਾਲ ਖਣ ਚੁੱਕਾ ਸੀ ਤੇ ਹੁਣ ਲੋੜ ਸੀ ਕਿ ਤਾਲ ਪੱਕਾ ਕੀਤਾ ਜਾਵੇ ਤੇ ਵਿਚਾਲੇ ਪੱਕਾ ਮੰਦਰ ਸਾਜਿਆ ਜਾਵੇ, ਜਿੱਥੇ ਕਿ ਦਿਨ ਰਾਤ ਹਰੀ ਕੀਰਤਨ ਹੋਇਆ ਕਰੇ। ਉਧਰ ਸ਼ਹਿਰ ਜੋ ਬਣ ਰਿਹਾ ਸੀ, ਵੱਧ ਰਿਹਾ ਸੀ। ਤੀਸਰੇ ਸਤਿਗੁਰਾਂ ਵੇਲੇ ਸਿੱਖੀ ਦਾ ਪ੍ਰਚਾਰ ਬਹੁਤ ਵਧਿਆ ਸੀ, ਪਰ ਹੁਣ ਹੋਰ ਵਧਿਆ। ਸੋ ਸੰਗਤਾਂ ਦੀ ਭੀੜ ਭਾੜ ਬਣੀ ਰਹਿੰਦੀ ਸੀ, ਜਿਸ ਕਰਕੇ ਆਲੇ ਦੁਆਲੇ ਤੋਂ ਆ ਕੇ ਲੋਕ ਵਪਾਰ ਦੀ ਖਾਤਰ ਇੱਥੇ ਵਸਣਾ ਚਾਹੁੰਦੇ ਸਨ ਤੇ ਕਈ ਪ੍ਰੇਮੀ ਗੁਰਦਰਸ਼ਨਾਂ ਤੇ ਸਤਸੰਗ ਲਈ ਆ ਕੇ ਵਸ ਰਹੇ ਸਨ। ਸੋ ਹਰ ਪਾਸਿਓਂ ਪਦਾਰਥ ਦੀ ਲੋੜ ਵੱਧ ਰਹੀ ਸੀ। ਸ੍ਰੀ ਗੁਰੂ ਰਾਮਦਾਸ ਜੀ ਦਾ ਮਾਇਆ ਨਾਲ ਇਹ ਵਰਤਾਵਾ ਸੀ ਕਿ ਆਈ ਨੂੰ ਸਫਲ ਕਰਨਾ ਹੈ ਤੇ ਪਰ ਉਪਕਾਰ ਤੇ ਖਰਚਣਾ ਹੈ। ਆਪਣੇ ਲਈ ਇਸ ਨਾਲ ਕੋਈ ਨਿਉ ਨਹੀਂ ਲਾਉਣਾ। ਸਭ ਤੋਂ ਵੱਡੀ ਸਫਲਤਾ ਰੋਜ਼ ਦੀ ਲੰਗਰ ਪਰ ਹੁੰਦੀ ਸੀ, ਜਿੱਥੇ ਹਰ ਵਰਣ ਤੇ ਹਰ ਜਾਤੀ ਤੇ ਹਰ ਲੋੜਵੰਦ ਨੂੰ ਅੰਨ ਮਿਲਦਾ ਸੀ। ਹੁਣ ਹੋਰ ਖਰਚ ਹਰਮੰਦਰ ਅੰਮ੍ਰਿਤ ਸਰੋਵਰ ਲਈ ਵੱਧ ਪਿਆ। ਇਸ ਲਈ ਸ੍ਰੀ ਗੁਰੂ ਜੀ ਨੇ ਮਸੰਦਾਂ ਦੀ ਸਥਾਪਨਾ ਕੀਤੀ। ਅੱਗੇ ਗੁਰੂ ਘਰ ਦੇ ਵਰੋਸਾਏ ਗੁਰਮੁਖ ਮੰਜੀਆਂ ਸਦਵਾਉਂਦੇ ਤੇ ਦੂਰ ਦੂਰ ਦੇਸ਼ਾਂ ਵਿੱਚ ਪ੍ਰਚਾਰ ਕਰਦੇ ਸਨ। ਇਹ ਲੋਕ ਪੂਰਨ ਮਹਾਤਮਾ ਤੇ ਉੱਚ ਜੀਵਨ ਵਾਲੇ ਗੁਰਮੁਖ ਹੁੰਦੇ ਸਨ। ਸੰਗਤਾਂ ਵਿੱਚ ਇਹ ਬਹੁਤ ਸਨਮਾਨੇ ਤੇ ਸਤਿਕਾਰੇ ਜਾਂਦੇ ਸਨ ਤੇ ਸਤਿਨਾਮ ਦੇ ਪ੍ਰਚਾਰ ਦਾ ਕੰਮ ਸੋਹਣਾ ਕਰਦੇ ਸਨ। ਮਸੰਦਾਂ ਦੇ ਸਪੁਰਦ ਇਹ ਕੰਮ ਹੋਇਆ ਕਿ ਉਹ ਜਗ੍ਹਾ ਜਗ੍ਹਾ ਸਮੇਂ ਸਮੇਂ ਜਾਣ, ਜੋ ਮਾਇਆ ਪ੍ਰੇਮੀਆਂ ਨੇ ਆਪਣੀ ਖੁਸ਼ੀ ਨਾਲ ਦਸਵੰਧ ਦੀ ਕੱਢ ਕੇ ਪਾਸ ਰੱਖੀ ਹੋਈ ਹੈ, ਜਾਂ ਕਿਸੇ ਸਥਾਨਕ ਮੁਖੀਏ ਪਾਸ ਜਮ੍ਹਾਂ ਕੀਤੀ ਹੋਈ ਹੈ, ਜਾਂ ਜੋ ਮੰਜੀਆਂ ਵਾਲਿਆਂ ਪਾਸ ਦੇਣ ਲਈ ਪਈ ਹੈ, ਲੈ ਆਇਆ ਕਰਨ ਤੇ ਉਹ ਮਾਇਆ ਹਰੀ ਮੰਦਰ, ਤਾਲ ਤੇ ਪਰ ਸਵਾਰਥ ਤੇ ਹੋਰ ਕੰਮਾਂ ਤੇ ਲੱਗਿਆ ਕਰੇ। ਮਸੰਦ ਪਦ ਫਾਰਸੀ ਦੇ ਪਦ ਮਸਨਦ ਤੋਂ ਬੋਲਚਾਲ ਵਿੱਚ ਆਇਆ ਹੈ। ਮੁਗਲ ਵੱਡੇ ਅਫਸਰ ਅਕਸਰ ਮਸਨਦ ਨਿਸ਼ੀ ਜਾਂ ਮਸ਼ਨਦ ਕਹੇ ਜਾਂਦੇ ਸਨ। ਪਾਤਸ਼ਾਹ ਨੂੰ ਮਸਨਦ ਆਲੀ ਕਹਿੰਦੇ ਸਨ ਤੇ ਕਈ ਵੇਰ ਸੂਬੇਦਾਰ ਆਦਿ ਵੀ ਇਹੋ ਕਹੇ ਜਾਂਦੇ ਸਨ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਗੁਰੂ ਜੀ ਦੇ ਮੁਖੀਏ ਇਸ ਨਾਮ ਨਾਲ ਪੁਕਾਰੇ ਗਏ ਤੇ ਪਿੱਛੋਂ ਇਹ ਪਦ ਮਸੰਦ ਰੂਪ ਲੈ ਗਿਆ। ਮਸੰਦਾਂ ਦੇ ਸਪੁਰਦ ਦੋ ਕੰਮ ਹੁੰਦੇ ਸਨ, ਗੁਰਸਿੱਖੀ ਦਾ ਪ੍ਰਚਾਰ ਕਰਨਾ ਤੇ ਦਸਵੰਧ ਇਕੱਠੇ ਹੋਏ ਲਿਆ ਕੇ ਗੁਰੂ ਕੇ ਖਜ਼ਾਨੇ ਅਰਪ ਦੇਣੇ। ਫਿਰ ਕੁਛ ਚਿਰ ਗੁਰੂ ਚੱਕ ਰਹਿ ਕੇ ਸਤਸੰਗ ਤੇ ਗੁਰੂ ਉਪਦੇਸ਼ ਹੇਠ ਰਹਿਣਾ। ਗੁਰੂ ਚੱਕ ਵਿੱਚ ਰਹਿਣ ਲੱਗਿਆਂ ਗੁਰੂ ਜੀ ਦਾ ਵੱਡਾ ਪੁੱਤਰ ਪ੍ਰਿਥੀ ਚੰਦ, ਜੋ ਬਹੁਤ ਸਿਆਣਾ, ਚਤਰ ਤੇ ਕੰਮ ਕਰਨ ਵਾਲਾ ਬੰਦਾ ਜੀ, ਸਾਰੇ ਕਾਰ ਵਿਹਾਰ ਟੋਰਨ ਲੱਗ ਪਿਆ ਸੀ ਤੇ ਇਹ ਮਸੰਦ ਪ੍ਰਣਾਲੀ ਤੇ ਮਾਇਆ ਸੰਭਾਲਣ ਦਾ ਕਾਰਜ ਵੀ ਉਹੀ ਕਰਦਾ ਸੀ। ਅੱਗੋਂ ਸਰੋਵਰ, ਲੰਗਰ ਤੇ ਹੋਰ ਖਰਚਾਂ ਦਾ ਪ੍ਰਬੰਧ ਵੀ ਪ੍ਰਿਥੀ ਚੰਦ ਨੇ ਹੀ ਸੰਭਾਲ ਲਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 14ਵੀਂ ਸੋਮਾ ਸ਼ਾਹ। ਤਵਾਰੀਖ ਖਾਲਸਾ ਵਿੱਚ ਲਿਖਿਆ ਹੈ ਕਿ ਇੱਕ ਸੋਮਾ ਨਾਮੇ ਸਿੱਖ ਜਾਤ ਦਾ ਅਰੋੜਬੰਸੀ ਜੇਲਮ ਦੇ ਰਹਿਣ ਵਾਲਾ ਗੁਰੂ ਕੇ ਚੱਕ ਆ ਰਿਹਾ। ਇਹ ਗਰੀਬ ਸੀ। ਘੁੰਗਣੀਆਂ ਵਾਲ ਕੇ ਸਰੋਵਰ ਦੀ ਕਾਰ ਸੇਵਾ ਵਾਲੇ ਥਾਂ ਆ ਵੇਚਦਾ ਹੁੰਦਾ ਸੀ। ਜੋ ਪੈਸੇ ਖੱਟ ਕੇ ਲੈ ਜਾਂਦਾ ਸੀ, ਉਸ ਵਿੱਚ ਨਿਰਵਾਹ ਕਰਦਾ ਹੁੰਦਾ ਸੀ। ਇੱਕ ਦਿਨ ਸ੍ਰੀ ਗੁਰੂ ਜੀ ਵਿਲਾਸ ਦੇ ਰੰਗ ਵਿੱਚ ਰੱਤੇ ਹੋਏ
ਸਰੋਵਰ ਦੇ ਕੰਢੇ ਤੇ ਆਏ ਤਾਂ ਸੋਮੇ ਪਾਸ ਖੜੋ ਗਏ ਤੇ ਬੋਲੇ, ਭਾਈ ਸੋਮੇ, ਸਾਰੀ ਵਟਕ ਸਾਨੂੰ ਦੇ ਦੇ। ਉਸਨੇ ਖੁਸ਼ੀ ਨਾਲ ਦੇ ਦਿੱਤੀ। ਆਪ ਨੇ ਹੱਸਦੇ ਹੱਸਦੇ ਮਜ਼ਦੂਰਾਂ ਨੂੰ ਪੈਸੇ ਵੰਡ ਦਿੱਤੇ। 5 ਦਿਨ ਇਹੀ ਕੌਤਕ ਕਰਦੇ ਰਹੇ। ਸੋਮੇ ਨੇ ਨਾ ਮੱਥੇ ਵੱਟ ਪਾਇਆ, ਨਾ ਨੁੱਕਰ ਕੀਤੀ ਤੇ ਹੱਸੂ ਹੱਸੂ ਕਰਦਾ ਆਪਣੀ ਕਮਾਈ ਅਰਪ ਦਿੰਦਾ ਰਿਹਾ। ਸਤਿਗੁਰ ਜਾਣਦੇ ਸਨ ਕਿ ਇਹ ਨਾਮ ਬਾਣੀ ਦਾ ਡੂੰਘਾ ਪ੍ਰੇਮੀ ਹੈ। ਇਸ ਚੋਜ ਨਾਲ ਪਰਖ ਲਿਆ ਕਿ ਇਸ ਪਰ ਬਾਣੀ ਦਾ ਅਸਰ ਤੇ ਨਾਮ ਦਾ ਪ੍ਰਭਾਵ ਪੈ ਗਿਆ ਹੈ, ਜੋ ਮਾਇਆ ਨਾਲ ਮੋਹ ਤਰੁੱਟ ਹੋ ਗਿਆ ਹੈ। 6ਵੇਂ ਦਿਨ ਜਦ ਆਏ ਤਾਂ ਸੋਮਾ ਅੱਗੇ ਹੱਥ ਬੰਨ ਖਲੋਤਾ ਤੇ ਅੱਜ ਆਪ ਹੀ ਅੱਜ ਦੀ ਵੱਟੀ ਮਾਇਆ ਪੇਸ਼ ਕੀਤੀ। ਤਦ ਚੋਜੀ ਜੀ ਮੁਸਕਰਾਏ, ਅੱਜ ਲੈਣਾ ਨਹੀਂ, ਦੇਣਾ ਹੈ। ਤੂੰ ਸੋਮਾ ਨਹੀਂ, ਸੋਮਾ ਸ਼ਾਹ ਹੋਇਆ। ਬਰਕਤਾਂ ਪੈਣਗੀਆਂ, ਸ਼ਾਹ ਸਦੀਵੇਂਗਾ, ਬੇਪਰਵਾਹ ਰਹੇਗਾ, ਗੁਰਸਿੱਖੀ ਦਾ ਸੇਵਕ ਹੋਵੇਂਗਾ। ਸੋਈ ਗੱਲ ਹੋਈ। ਬਰਕਤਾਂ ਪੈ ਗਈਆਂ, ਸ਼ਾਹ ਹੋ ਗਿਆ। ਨਾਮ ਵਿੱਚ ਬਰਕਤ ਪੈ ਗਈ, ਪਰਮਾਰਥ ਵਿੱਚ ਵੀ ਸ਼ਾਹ ਹੋ ਗਿਆ। ਇਸ ਦਾ ਪੁੱਤਰ ਗੁਰਸਿੱਖੀ ਵਿੱਚ ਹੋਰ ਕਮਾਲ ਤੇ ਪਹੁੰਚਾ ਤੇ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਨਾਲ ਮੁਲਤਾਨ ਆਦਿ ਪਾਸੇ ਦੀ ਮੰਜੀ ਬਖਸ਼ੀ ਗਈ। ਇਸ ਦੇ ਵੰਸ਼ ਮੇਰ ਸ਼ਾਹ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੇ ਮਸੰਦਾਂ ਵਿੱਚੋਂ ਸੱਚਾ ਜਾਣ ਕੇ ਅੰਮ੍ਰਿਤ ਛਕਾ ਕੇ ਉਹੀ ਪਦਵੀ ਬਖਸ਼ੀ। ਗੱਦੀ ਇਹਨਾਂ ਦੀ ਜੇਲ੍ਹ ਹੈ ਸੀ ਤੇ ਸਿੱਖੀ ਸੇਵਕੀ ਉਸੇ ਪੱਛਮੀ ਪਾਸੇ ਵੱਲ ਹੈ ਸੀ। ਵੰਜਿਸ਼ ਸਾਰੇ ਸ਼ਾਹ ਕਹਾਉਂਦੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 15ਵੀਂ ਆਦਮ ਤੇ ਭਾਈ ਭਗਤੂ। ਸਿੱਧੂ ਕੁਲ ਮੈਂ ਜਾਟ ਏਕ, ਪੁਲ ਹਰੀਏ शुभ गोत। आदम जिसको नाम है, कर संतत नह होत। सिद्धू कुल में जाट एक, पुल हरिए शुभ गोत। आदम जिसको नाम है, कर संतत नह होत। इस आदम ने जिस का नाम कई उद्यम भी दसते हैं, बहुत साधु संत सेवे पर औलाद ना होई, उमरा वडेरी हो गई। ਤਾਂ ਇੱਕ ਸਿੱਖ ਮਿਲਿਆ। ਉਸਨੇ ਇਸ ਦੀ ਥੁੜ ਸੁਣ ਕੇ ਕਿਹਾ, ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਸ੍ਰੀ ਗੁਰੂ ਰਾਮਦਾਸ ਜੀ ਰਾਮਦਾਸਪੁਰ ਵਸਾ ਕੇ ਲੋਕ ਪ੍ਰਲੋਕ ਦੇ ਸੁਖ ਦਾਤਾ ਬਣ ਰਹੇ ਹਨ। ਚਰਨ ਚਰਨ ਜਾ ਪ੍ਰਾਪਤ ਹੋ। ਸੁਣ ਕੇ ਆਦਮ ਇਸਤਰੀ ਸਣੇ ਜਾ ਗੁਰੂ ਕੇ ਚੱਕ ਰਿਹਾ। ਰੋਜ਼ 2 ਭਾਰ ਲੱਕੜਾਂ ਦੇ ਲਿਆਵੇ, ਇੱਕ ਤਾਂ ਗੁਰੂ ਕੇ ਲੰਗਰ ਵਿੱਚ ਪਹੁੰਚਾ ਦੇਵੇ, ਇੱਕ ਆਪਣੇ ਘਰ ਜੋ ਵਲਗਣ ਵਾਲੀ ਸੀ ਉਸ ਦੇ ਅੰਦਰ ਖੁੱਲੇ ਥਾਂ ਜਮਾ ਕਰੇ। 2 ਵੇਲੇ ਕੀਰਤਨ ਸੁਣੇ, ਜਿੱਥੋਂ ਬਾਣੀ ਪੜਨ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣ ਦੀ ਸ਼ੁਭ ਬਾਣ ਪੈ ਗਈ। 6 ਮਹੀਨੇ ਇਸੇ ਤਰ੍ਹਾਂ ਬੀਤੇ। ਗੁਰੂ ਕੇ ਚਰਨਾਂ ਨਾਲ ਅਤ ਪ੍ਰੇਮ ਹੋ ਗਿਆ। ਇੱਕ ਵੇਰ ਗੁਰੂ ਜੀ ਕਿਸੇ ਥਾਂ ਬਾਹਰ ਗਏ ਹੋਏ ਸਨ। ਜਦ ਮੁੜੇ ਤਾਂ ਨਾਲ ਬਹੁਤ ਸਾਰੀ ਸੰਗਤ ਵੀ ਆਈ। ਅੱਗੇ ਵੀ ਕੋਈ ਸੰਗਤ ਬਾਹਰੋਂ ਆਈ ਹੋਈ ਸੀ। ਬੜੀ ਭੀੜ ਹੋ ਗਈ। ਪੋਹ ਦਾ ਮਹੀਨਾ, ਸਰਦੀ ਕਹਿਰਦੀ ਸੀ। ਆਦਮ ਨੇ ਜਦ ਇਹ ਹਾਲਤ ਵੇਖੀ ਤਾਂ ਸੰਗਤ ਦੀ ਸੀਤ ਦਾ ਦੁੱਖ ਦੇਖ ਨਾ ਸਕਿਆ। ਜਮਾ ਕੀਤੀ ਲੱਕੜੀ ਸੰਗਤਾਂ ਦੇ ਡੇਰੇ ਪਹੁੰਚਾ ਦਿੱਤੀ। ਕੋਈ ਡੇਰਾ, ਕੋਈ ਸਿੱਖ ਵਿਰਵਾ ਨਾ ਰਹਿ ਗਿਆ। ਸਤਿਗੁਰ ਜੀ ਥੋੜੀ ਦੇਰ ਅੰਦਰ ਠਹਿਰ ਕੇ ਛੇਤੀ ਹੀ ਸੰਗਤ ਦਾ ਦੁੱਖ ਸੁੱਖ ਦੇਖਣ ਲਈ ਬਾਹਰ ਨਿਕਲੇ ਤਾਂ ਅੱਗੇ ਅੰਗੀਠੇ ਜਲ ਰਹੇ ਸਨ। ਸੰਗਤ ਦਾ ਸੁੱਖ ਦੇਖ ਕੇ ਸੁੱਖ ਦਾਤੇ ਪਸੀਜ ਪਏ। ਪੁੱਛਿਆ, ਇਹ ਸੇਵਾ ਕਿਨ ਕੀਤੀ ਹੈ? ਰਸੋਈਏ ਨੇ ਦੱਸਿਆ ਕਿ ਇੱਕ ਸਿੱਖ ਆਦਮ ਨਾਮ ਦਾ ਹੈ। 6-7 ਮਹੀਨੇ ਤੋਂ ਇੱਕ ਭਾਰ ਲੱਕੜੀ ਲੰਗਰ ਨੂੰ ਦਿੰਦਾ ਹੈ, ਇੱਕ ਭਾਰ ਜਮਾ ਕਰਦਾ ਹੈ, ਇੱਕ ਵਾੜਾ ਬਾਰ-ਬਾਰ ਵੜ ਕੇ ਝੁੱਗੀ ਪਾ ਕੇ ਰਹਿੰਦਾ ਹੈ। ਜਦੋਂ ਦੇਖੋ ਮੂੰਹੋਂ ਗੁਰੂ ਦੀ ਆਵਾਜ਼ ਆਉਂਦੀ ਹੈ। ਅੱਜ ਉਸਨੇ ਜਮਾ ਕੀਤੀਆਂ ਲੱਕੜਾਂ ਸੰਗਤ ਨੂੰ ਪਹੁੰਚਾ ਕੇ ਸੀਤ ਦਾ ਦੁੱਖ ਹਰ ਲਿੱਤਾ ਹੈ। ਇਹ ਪ੍ਰਸਾਦ ਵੀ ਲੰਗਰੋਂ ਨਹੀਂ ਛਕਦਾ, ਕੁਛ ਲੱਕੜਾਂ ਵੇਚ ਕੇ ਉਸ ਤੋਂ ਦਾਲ ਰੋਟੀ ਖਾਂਦਾ ਹੈ। ਸਤਿਗੁਰ ਜੀ ਉਸ ਦੀ ਘਾਲ ਸੁਣ ਕੇ ਦਰਵੇ। ਅਗਲੇ ਭਲਕ ਜਦ ਭੋਗ ਪੈ ਗਿਆ ਤਾਂ ਸਾਹਿਬਾਂ ਨੇ ਯਾਦ ਕੀਤਾ, ਆਦਮ ਕਿੱਥੇ ਹੈ? ਆਦਮ
ਹੱਥ ਜੋੜ ਕੇ ਖਲੋ ਗਿਆ। ਮੇਹਰਾਂ ਦੇ ਸਾਈਂ ਬੋਲੇ, ਤੇਰੀ ਕਾਲ ਥਾਂ ਪਈ ਹੈ ਮੰਗ, ਤੇ ਮੂੰਹ ਮੰਗੀ ਮੁਰਾਦ ਪਾਏਗਾ। ਤੇਰੀ ਕਾਲ ਥਾਂ ਪਈ ਹੈ ਮੰਗ, ਤੂੰ ਮੂੰਹ ਮੰਗੀ ਮੁਰਾਦ ਪਾਏਗਾ। ਆਦਮ ਬਿਰਧ ਹੋਣ ਕਰਕੇ ਮਨੋਰਥ ਕਰਨੋਂ ਸ਼ਰਮਾਇਆ। ਜਦ ਗੁਰੂ ਜੀ ਨੇ ਫੇਰ ਕਿਹਾ ਤਾਂ ਆਖਣ ਲੱਗਾ, ਆਪ ਦੇ ਦਰਸ਼ਨ ਵਿੱਚ ਸਭ ਕੁਝ ਹੈ। ਅੱਜ ਸੰਗਤ ਵਿਦਾ ਹੋ ਗਈ। ਆਦਮ ਵੀ ਚਲਾ ਗਿਆ। ਘਰ ਜਾ ਕੇ ਗੱਲ ਦੱਸੀ। ਇਸਤਰੀ ਨੇ ਕਿਹਾ, ਸ਼ਰਮ ਸੰਗਿਆ ਕਿਉਂ ਕੀਤੀ? ਗੁਰੂ ਤੁੱਠੇ ਦਾ ਸਮਾਂ ਹੱਥੋਂ ਗਵਾਉਣਾ ਠੀਕ ਨਹੀਂ ਸੀ। ਫਿਰ ਜਦ ਮੰਗ ਮਨ ਵਿੱਚ ਹੈ ਤਦ ਗੁਰੂ ਤੋਂ ਲੁਕੋ ਕਿਉਂ? ਚਲੋ ਅੱਜ ਸਾਵਧਾਨ ਹੋ ਕੇ ਮੰਗੀਏ। ਅਗਲੇ ਦਿਨ ਦੀਵਾਨ ਵਿੱਚ ਕੀਰਤਨ ਤੋਂ ਮਗਰੋਂ ਸਤਿਗੁਰੂ ਬੋਲੇ, ਆਦਮ ਹੈ? ਦੰਪਤੀ ਹੱਥ ਜੋੜ ਕੇ ਖਲੋ ਗਏ। ਸਤਿਗੁਰੂ ਜੀ ਬੋਲੇ, ਆਦਮ ਮੰਗ ਜੋ ਮੰਗਣਾ ਹੈ, ਮੰਗ ਤੋਂ ਸੰਕੋਚ ਨਾ ਕਰ। ਤਦ ਅਰਜ਼ ਕੀਤੀ ਉਸ ਪਾਤਸ਼ਾਹ, ਮਨ ਪੁੱਤਰ ਦਾਨ ਮੰਗਦਾ ਹੈ, ਇਸ ਨੂੰ ਅਮੰਗ ਕਰੀਦਾ ਹੈ, ਪਰ ਹੁੰਦਾ ਨਹੀਂ। ਸਤਿਗੁਰੂ ਬੋਲੇ, ਤੇਰੇ ਭਾਗਾਂ ਵਿੱਚ ਤਾਂ ਨਹੀਂ ਪੁੱਤਰ, ਕਰਮ ਰੇਖ ਹੋਰਵੇਂ ਹੈ, ਪਰ ਤੂੰ ਸੰਗਤ ਸੇਵ ਦੀ ਘਾਲ ਕੀਤੀ ਹੈ, ਤੈਨੂੰ ਤਤਕਾਲ ਫਲ ਦਿੰਦੇ ਹਾਂ। ਮੇਰਾ ਅਨੰਨ ਸਿੱਖ ਇੱਕ ਤੇਰੇ ਘਰ ਜਨਮੇਗਾ। ਗੁਰੂ ਘਰ ਦੀ ਸੇਵਾ ਤੋਂ ਨਾ ਵਰਜਿਓ। ਉਹ ਨਾਮੀ ਪੁਰਖ ਹੈ ਜੋ ਤੇਰੇ ਘਰ ਪ੍ਰਾਹੁਣਾ ਹੋ ਕੇ ਆਏਗਾ। ਭਾਵ ਨਾਲ ਪਾਲੀ। ਉਹ ਮੇਰਾ ਨਿਜ ਸਿੱਖ ਹੈ। ਉਹ ਅਨੇਕਾਂ ਦਾ ਉਧਾਰ ਕਰੇਗਾ, ਬੜੀ ਵੰਸ਼ ਵਾਲਾ ਹੋਵੇਗਾ। ਉਸ ਦਾ ਨਾਮ ਭਗਤੂ ਰੱਖਣਾ। ਉਹ ਗੁਰੂ ਭਗਤ ਹੋਵੇਗਾ। ਆਸ਼ੀਰਵਾਦ ਗੁਰੂ ਕੀ ਪੂਰੀ ਹੋਈ। ਆਪ ਦੇ ਘਰ ਪੁੱਤਰ ਹੋਇਆ। ਗੁਰੂ ਆਗਿਆ ਮੂਜਬ ਨਾਮ ਭਗਤੂ ਬਖਸ਼ਿਆ। ਇਹ ਭਾਰੀ ਅਨੰਨ ਭਗਤ ਗੁਰੂ ਕਰਦਾ ਤੇ ਵਾਹਿਗੁਰੂ ਪ੍ਰੇਮੀ ਹੋਇਆ। 7ਵੇਂ ਗੁਰਾਂ ਤੱਕ ਗੁਰੂ ਘਰ ਦੀ ਸੇਵਾ ਕਰਦਾ ਰਿਹਾ। ਇਸ ਦੇ ਵੰਸ਼ ਵਿੱਚੋਂ ਦੇਸ਼ੂ ਸਿੰਘ ਨੇ ਕੈਂਥਲ ਦੀ ਰਿਆਸਤ ਬਣਾਈ। ਇਸ ਦੇ ਪੋਤਰੇ ਰਾਜਾ ਉਦੈ ਸਿੰਘ ਨੇ ਭਾਈ ਸੰਤੋਖ ਸਿੰਘ ਕਵੀ ਰਾਜ ਨੂੰ ਪਾਸ ਰੱਖ ਕੇ ਸਨਮਾਨਿਆ ਤੇ ਸੂਰਜ ਪ੍ਰਕਾਸ਼ ਤਿਆਰ ਕਰਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।